हेलो बच्चों। बटे आप कल क्रिस्टल फील्ड थ्योरी शुरू की सी, जिहदे अकॉर्डिंग आप देखिया सी कि जिहड़े कोआर्डीनेशन कंपाउंड्स हुंदे है उन्हां दे विच जिहड़ी बॉन्डिंग हुंदी है वो आयनिक नेचर दी हुंदी है, जिहड़ी कि वैलेंस बॉन्ड थ्योरी दे नालों उल्ट हुंदी है। वैलेंस बॉन्ड थ्योरी दे अकॉर्डिंग की सी कोवलेंट बॉन्ड बनदा है इन्हां दे विचकार, लिगेंड ते मैटल दे विचकार, ते इहदे अकॉर्डिंग इस थ्योरी के अकॉर्डिंग या क्रिस्टल फील्ड थ्योरी के अकॉर्डिंग आयनिक बॉन्ड बनता है कि मैटल आयन ते लिगेंड्स के विचकार इलैक्ट्रोस्टैटिक फोर्स ऑफ अट्रैक्शन होंदी है। ठीक है, इन्हां दी इंटरैक्शन है जिहड़ी वो आयन आयन हो सकती है या आयन डाइपोल मोमेंट होंदी है। ठीक है, फिर आपां क्या सी बेटे कि जिहड़ी मैटल है फ्री मैटल आयन है जिहड़ा ਉਹਦੇ ਵਿੱਚ ਜਿਹੜੇ ਡੀ ਆਰਬਿਟਲਸ ਹੁੰਦੇ ਆ ਨਾ ਬੇਟੇ ਉਹ ਡੀਜਨਰੇਟ ਡੀ ਆਰਬਿਟਲਸ ਹੁੰਦੇ ਆ, ਮਤਲਬ ਉਹਨਾਂ ਦਾ એનર્ਜੀ ਲੈਵਲ ਸੇਮ ਹੁੰਦਾ, ਉਹਨਾਂ ਨੂੰ ਅਸੀਂ ਡੀਜਨਰੇਟ ਕਹਿੰਦੇ ਆ। ਪਰ ਜਦੋਂ ਬੇਟੇ ਲਿਗੈਂਡ ਅਪਰੋਚ ਕਰਦਾ ਹੈ ਨਾ ਮੈਟਲ ਆਇਨ ਨੂੰ, ਜਦੋਂ ਲਿਗੈਂਡ ਅਪਰੋਚ ਕਰਦਾ ਹੈ ਤਾਂ ਉਦੋਂ ਕੀ ਹੈ ਕਿ ਜਿਹੜੇ ਮੈਟਲ ਦਾ ਆਇਨ ਹੈ ਉਹਦੇ ਕੋਲ ਵੀ ਇਲੈਕਟ੍ਰੋਨ ਹੈਗੇ ਆ ਤੇ ਲਿਗੈਂਡ ਹੈ ਜਿਹੜੇ ਉਹਨਾਂ ਕੋਲ ਵੀ ਇਲੈਕਟ੍ਰੋਨ ਹੈ। ਇਹਨਾਂ ਇਲੈਕਟ੍ਰੋਨਸ ਦੇ ਵਿੱਚ ਦੋਨੋਂ ਤਰ੍ਹਾਂ ਦੇ ਇਲੈਕਟ੍ਰੋਨਸ ਦੇ ਵਿੱਚ ਰਿਪਲਸ਼ਨ ਹੋ ਜਾਂਦੀ ਹੈ ਬੇਟੇ, ਕਿਉਂਕਿ ਡੀ ਆਰਬਿਟਲਸ ਦੇ ਵਿੱਚ ਵੀ ਇਲੈਕਟ੍ਰੋਨ ਹੈਗੇ ਆ। ਠੀਕ ਹੈ, ਤੇ ਲਿਗੈਂਡਸ ਕੋਲ ਵੀ ਇਲੈਕਟ੍ਰੋਨ ਹੈ। ਇਹਨਾਂ ਇਲੈਕਟ੍ਰੋਨ ਦੇ ਵਿੱਚ ਰਿਪਲਸ਼ਨ ਹੋ ਜਾਂਦੀ ਹੈ। ਜਦੋਂ ਇਹ ਰਿਪਲਸ਼ਨ ਹੋ ਜਾਂਦੀ ਹੈ ਤਾਂ ਡੀ ਆਰਬਿਟਲਸ ਦੇ એનર્ਜੀ ਲੈਵਲ ਹੈ ਨਾ ਜਿਹੜਾ ਉਹ ਵੱਧ ਜਾਂਦਾ ਹੈ। ਪਹਿਲਾਂ ਨਾਲੋਂ ਜਿੰਨੀ ਉਹਨਾਂ ਦੀ ਐਵਰੇਜ એનર્ਜੀ ਸੀ ਉਹਦੇ ਨਾਲੋਂ એનર્ਜੀ ਦਾ ਲੈਵਲ ਉਹਨਾਂ ਦਾ ਇਨਕਰੀਜ਼ ਹੋ ਜਾਏਗਾ। पर बेटे ਜਿਹੜੇ ਲੀਗੈਂਡਸ ਹੈ ਜੇ ਤਾਂ ਉਹ ਸਿਮੈਟ੍ਰੀਕਲ ਹੈ, ਠੀਕ ਹੈ, ਜੇ ਸਿਮੈਟ੍ਰੀਕਲ ਲੀਗੈਂਡ ਹੈਗੇ ਆ ਫਿਰ ਤਾਂ ਕੀ ਹੋਏਗਾ, ਉਹਨਾਂ ਦੀ ਡੀਜਨਰੇਸੀ ਹੈ ਜਿਹੜੀ ਉਹ ਕਾਇਮ ਰਹੇਗੀ। ਮਤਲਬ ਸਾਰੇ ਦੇ ਸਾਰੇ ਪੰਜੋ ਡੀ ਆਰਬਿਟਲਸ ਦਾ એનર્ਜੀ ਲੈਵਲ ਵੱਧ ਜਾਏਗਾ ਤਾਂ ਪੰਜਾਂ ਦਾ એનર્ਜੀ ਲੈਵਲ ਫਿਰ ਵੀ ਸੇਮ ਰਹੇਗਾ, ਮਤਲਬ ਕਿ ਡੀਜਨਰੇਸੀ ਉਹਨਾਂ ਦੀ ਫਿਰ ਵੀ ਰਹੇਗੀ। ਠੀਕ ਹੈ, ਪਰ ਸਾਨੂੰ ਪਤਾ ਹੈ ਕਿ ਜਿਹੜੇ ਡੀ ਆਰਬਿਟਲਸ ਹੈ ਨਾ ਬੇਟੇ ਉਹ ਉਹਨਾਂ ਦੀ ਓਰੀਐਂਟੇਸ਼ਨ ਡਿਫਰੈਂਟ ਹੁੰਦੀ ਹੈ, ਡਿਫਰੈਂਟ ਓਰੀਐਂਟੇਸ਼ਨਸ ਦੇ ਹੁੰਦੇ ਆ। 5 ਤਰ੍ਹਾਂ ਦੇ ਡੀ ਆਰਬਿਟਲ ਆਪਾਂ ਕੀਤੇ, 5 ਆਰਬਿਟਲ, ਉਹਨਾਂ ਦੇ ਵਿੱਚੋਂ 3 ਇੱਕ ਤਰ੍ਹਾਂ ਦੇ ਹੁੰਦੇ ਆ, ਡੀ ਐਕਸ ਵਾਈ, ਡੀ ਵਾਈ ਜ਼ੈਡ ਤੇ ਡੀ ਜ਼ੈਡ ਐਕਸ, ਉਹ ਤਾਂ ਐਕਸਿਸ ਦੇ ਵਿਚਕਾਰ ਹੁੰਦੇ ਆ ਉਹ। ਪਰ ਡੀ ਜ਼ੈਡ ਸਕੁਅਰ ਕਿੱਥੇ ਹੁੰਦਾ, ਐਕਸਿਸ ਦੇ ਉੱਪਰ ਹੁੰਦਾ ਹੈ, ਜ਼ੈਡ ਐਕਸਿਸ ਦੇ। ਤੇ ਡੀ ਐਕਸ ਸਕੁਅਰ ਵਾਈ ਸਕੁਅਰ ਕਿੱਥੇ ਹੈ ਬੇਟੇ, ਉਹ ਵੀ ਐਕਸਿਸ ਦੇ ਉੱਪਰ ਹੈ, ਮਤਲਬ ਡਿਫਰੈਂਟ ਹੈ, ਓਰੀਐਂਟੇਸ਼ਨ ਇਹਨਾਂ ਦੀ ਡਿਫਰੈਂਟ ਹੈ। ਇਸ ਕਰਕੇ ਬੇਟੇ ਜਿਹੜੇ ਡੀ ਆਰਬਿਟਲਸ ਹੈ ਨਾ ਉਹਨਾਂ ਦੀ ਡੀਜਨਰੇਸੀ ਹੈ ਨਾ ਜਿਹੜੀ ਉਹ ਖਤਮ ਹੋ ਜਾਂਦੀ ਹੈ, ਉਹ ਹੁਣ ਡੀਜਨਰੇਟ ਨਹੀਂ ਰਹਿੰਦੇ ਜਦੋਂ ਲਿਗੈਂਡ ਅਪਰੋਚ ਕਰਦਾ ਹੈ। ਕਿਉਂ? ਕਿਉਂਕਿ ਡੀ ਆਰਬਿਟਲਸ ਹੈ ਜਿਹੜੇ ਉਹ ਸਿਮੈਟ੍ਰਿਕ ਨਹੀਂ ਹੈਗੇ, ਸਾਰੇ ਇੱਕੋ ਜਿਹੇ ਨਹੀਂ ਹੈਗੇ। ਠੀਕ ਹੈ, on the approach of ligands there is a repulsion in electrons of metal ion and the ligands, therefore the energy of d orbitals is raised. We know the d orbitals have different orientations, therefore these orbitals experience different repulsions from the ligands. ਤਾਂ repulsions ਕੀ ਹੋਣਗੀਆਂ ਇਹਨਾਂ ਦੀਆਂ, ਡਿਫਰੈਂਟ ਹੋਣਗੀਆਂ। ਜੇ ਤਾਂ ਇੱਕੋ ਜਿਹੇ ਹੁੰਦੇ ਫਿਰ ਤਾਂ ਇੱਕੋ ਜਿਹੀਆਂ ਰਿਪਲਸ਼ਨਸ ਹੋਣੀਆਂ ਸੀ, ਪਰ ਹੁਣ ਇਹਨਾਂ ਦੀ ਓਰੀਐਂਟੇਸ਼ਨਸ ਕੀ ਹੈ, ਡਿਫਰੈਂਟ ਹੈ। ਇਸ ਕਰਕੇ ਇਹਨਾਂ ਦੀਆਂ ਰਿਪਲਸ਼ਨਸ ਕੀ ਹੋ ਜਾਣਗੀਆਂ ਬੇਟੇ, ਡਿਫਰੈਂਟ ਹੋਣਗੀਆਂ। ਤਾਂ ਜੇ ਰਿਪਲਸ਼ਨਸ ਡਿਫਰੈਂਟ ਹੋ ਗਈਆਂ ਤਾਂ ਇਹਦਾ ਮਤਲਬ ਕੀ ਹੈ, ਉਹਨਾਂ ਦਾ એનર્ਜੀ ਲੈਵਲ ਹੈ ਜਿਹੜਾ ਸੇਮ ਨਹੀਂ ਰਹੇਗਾ। ਠੀਕ ਹੈ, ਇਟ ਰਿਜ਼ਲਟਸ ਇਨ ਸਪਲਿਟਿੰਗ ਆਫ ਦਾ ਡੀ ਆਰਬਿਟਲਸ। ਤਾਂ ਇਹਨਾਂ ਡਿਫਰੈਂਟ ਰਿਪਲਸ਼ਨਸ ਕਰਕੇ ਜਿਹੜੇ ਡੀ ਆਰਬਿਟਲਸ ਹੈ ਨਾ ਬੇਟੇ ਉਹ ਸਪਲਿਟ ਅਪ ਹੋ ਜਾਂਦੇ ਆ, ਸਪਲਿਟ ਹੋ ਜਾਂਦੇ ਆ। ਠੀਕ ਹੈ, the splitting of degenerate orbitals in the presence of electrical field of ligands, ਸਿਰਫ ligand ਦੀ presence ਦੇ ਵਿੱਚ ਹੋਏਗਾ ਬਟ ਇਹ ਅਦਰਵਾਈਜ਼ ਨਹੀਂ ਜਿਹੜੀ ਸਪਲਿਟਿੰਗ ਹੋਏਗੀ ਉਹ ਡੀਜਨਰੇਟ ਹੀ ਰਹਿਣਗੇ, ਨਾ ਉਹਨਾਂ ਦਾ એનર્ਜੀ ਲੈਵਲ ਵਧੇਗਾ। ਇਹ ਕਦੋਂ ਹੋਏਗਾ, ਸਿਰਫ ligand ਦੀ presence ਦੇ ਵਿੱਚ। ਠੀਕ ਹੈ, the splitting of degenerate orbitals in the presence of electrical field of ligands is called crystal field splitting। ਇਹਨੂੰ ਕਹਿੰਦੇ ਅਸੀਂ ਕ੍ਰਿਸਟਲ ਫੀਲਡ ਸਪਲਿਟਿੰਗ। ਹੁਣ ਸਾਡੇ ਕੋਲੇ ਜਿਹੜੇ ਕੰਪਾਊਂਡਸ ਅਸੀਂ ਮੇਨ ਜਿਹੜੇ ਪੜ੍ਹਦੇ ਹਾਂ ਬੇਟੇ ਉਹ ਦੋ ਤਰ੍ਹਾਂ ਦੇ ਪੜ੍ਹਦੇ ਹਾਂ। ਇੱਕ ਕੋਆਰਡੀਨੇਸ਼ਨ ਨੰਬਰ 4 ਵਾਲੇ ਜਿਨ੍ਹਾਂ ਨੂੰ ਅਸੀਂ ਟੈਟਰਾਹਾਈਡਰਲ ਜਾਂ ਸਕੁਅਰ ਪਲੈਨਰ ਕਹਿੰਦੇ ਹਾਂ, ਇੱਕ ਹੁੰਦੇ ਆ ਜਿਹੜੇ 6 ਵਾਲੇ ਜਿਨ੍ਹਾਂ ਨੂੰ ਅਸੀਂ ਔਕਟਾਹਾਈਡਰਲ ਕਹਿੰਦੇ ਹਾਂ। ਤਾਂ ਦੋਨੋਂ ਤਰ੍ਹਾਂ ਦੇ ਕੰਪਲੈਕਸਿਸ ਦੇ ਵਿੱਚ ਹੁਣ ਆਪਾਂ ਜਿਹੜੀ ਇਹਦੀ ਸਪਲਿਟਿੰਗ ਹੈ ਕਿ ਕਿਵੇਂ ਡੀ ਆਰਬਿਟਲ ਸਪਲਿਟ ਅਪ ਹੋਣਗੇ ਉਹ ਆਪਾਂ ਹੁਣ ਡਿਸਕਸ ਕਰਾਂਗੇ। ਠੀਕ ਹੈ, ਪਹਿਲਾਂ ਆਪਾਂ ਲੈਂਦੇ ਹਾਂ ਕ੍ਰਿਸਟਲ ਫੀਲਡ ਸਪਲਿਟਿੰਗ ਇਨ ਔਕਟਾਹਾਈਡਰਲ ਕੰਪਲੈਕਸਿਸ। ਔਕਟਾਹਾਈਡਰਲ ਕੰਪਲੈਕਸਿਸ ਦੇ ਵਿੱਚ ਜਿਹੜੀ ਸਪਲਿਟਿੰਗ ਹੈ ਉਹ ਕਿਵੇਂ ਹੋਏਗੀ।
ਹੁਣ ऑक्टाहेड्रल ਕੰਪਲੈਕਸ ਕਿਹਨੂੰ ਕਹਿੰਦੇ ਆ ਬੇਟੇ, ਜਿਹਦੇ ਵਿੱਚ ਕੋਆਰਡੀਨੇਸ਼ਨ ਨੰਬਰ 6 ਹੈ। ਇਹਦਾ ਮਤਲਬ ਕੀ ਹੈ ਕਿ ਮੈਟਲ ਨੂੰ 6 ਲੀਗੈਂਡਸ ਹੈ ਜਿਹੜੇ ਸਰਾਊਂਡ ਕਰਨਗੇ। ਠੀਕ ਹੈ, ਇੱਕ ਐਂਟਾਈਟੀ ਦੇ ਵਿੱਚ 6 ਲੀਗੈਂਡਸ ਹੋਣਗੇ। ਜੀ ਇੱਕ ਮੈਟਲ ਆਇਨ ਹੋਏਗਾ, ਉਹਨੂੰ 6 ਐਟਮਸ ਸਰਾਊਂਡ ਕਰ ਰਿਹਾ, ਤਾਂ ਉਹ ਕੀ ਬਣਾਉਣਗੇ, ਇੱਕ ऑक्टाहेड्रल। ਮਤਲਬ 4 ਪਲੇਨ ਦੇ ਉੱਤੇ ਐਟਮਸ, ਇੱਕ ਅਬਵ ਦਾ ਪਲੇਨ, ਇੱਕ ਬਿਲੋ ਦਾ ਪਲੇਨ। ਤਾਂ ਇਹ 6 ਆਰਬਿਟ ਆਪਾਂ ਨੂੰ ਪਤਾ ਹੈ ਕਿ ਡੀ ਆਰਬਿਟਲ ਹੈ ਜਿਹੜੇ ਮੈਟਲ ਕੋਲ, ਉਹ ਕਿੰਨੇ ਹੈ, 5 ਹੈ। 5 ਦੇ ਵਿੱਚੋਂ ਸਾਨੂੰ ਪਤਾ ਹੈ ਬੇਟੇ ਕਿ ਜਿਹੜੇ 3 ਆਰਬਿਟਲ ਹੈ dx dy ਤੇ dz, ਇਹ ਤਾਂ ਐਕਸਿਸ ਦੇ ਵਿਚਕਾਰ ਆਉਂਦੇ ਹੈ। ਠੀਕ ਹੈ, ਪਰ ਜਿਹੜੇ dx² y² ਤੇ dz² ਇਹ ਐਕਸਿਸ ਦੇ ਉੱਪਰ ਆਉਂਦੇ ਹੈ। ਇਹਦਾ ਮਤਲਬ ਕੀ ਹੋਏਗਾ ਬੇਟੇ ਕਿ ਜਿਹੜੇ ਤਾਂ ਐਕਸਿਸ ਦੇ ਉੱਪਰ ਆਉਂਦੇ ਹੈ ਉਹ ਤਾਂ ਡਾਇਰੈਕਟਲੀ ਲੀਗੈਂਡ ਵੱਲ ਨੂੰ ਓਰੀਐਂਟਡ ਹੋਣਗੇ ਆਰਬਿਟਲ ਤਾਂ। ਠੀਕ ਹੈ, ਜੇ ਆਰਬਿਟਲ ਓਰੀਐਂਟਡ ਹੋਏ ਲੀਗੈਂਡ ਵੱਲ ਨੂੰ ਤਾਂ ਉਹਨਾਂ ਦੀ ਰਿਪਲਸ਼ਨ ਕੀ ਹੋਏਗੀ ਬੇਟੇ, ਜ਼ਿਆਦਾ ਹੋਏਗੀ। ਪਰ ਜਿਹੜੇ ਐਕਸਿਸ ਦੇ ਵਿਚਕਾਰ ਆ ਗਏ ਉਹ ਡਾਇਰੈਕਟਲੀ ਲੀਗੈਂਡ ਵੱਲ ਨੂੰ ਓਰੀਐਂਟਡ ਨਹੀਂ ਹੋਣਗੇ। ਠੀਕ ਹੈ, ਡਾਇਰੈਕਟ ਇੰਟਰੈਕਸ਼ਨ ਨਹੀਂ ਹੋਏਗੀ ਉਹਨਾਂ ਦੀ, ਤਾਂ ਇਹਦਾ ਮਤਲਬ ਉਹਨਾਂ 'ਚ ਰਿਪਲਸ਼ਨ ਘੱਟ ਹੋਏਗੀ। ਇਹਦਾ ਮਤਲਬ ਕੀ ਹੋਇਆ ਕਿ 2 ਤਰ੍ਹਾਂ ਦੇ ਡੀ ਆਰਬਿਟਲਸ ਬਣ ਜਾਣਗੇ, ਇੱਕ ਜਿਹੜੇ ਐਕਸਿਸ ਦੇ ਉੱਪਰ ਹੈ, ਇੱਕ ਜਿਹੜੇ ਐਕਸਿਸ ਦੇ ਵਿਚਕਾਰ ਹੈ। ਠੀਕ ਹੈ, ਇਹਨਾਂ ਦੀ ਰਿਪਲਸ਼ਨ ਡਿਫਰੈਂਟ ਹੋ ਜਾਏਗੀ। ਹੁਣ ਆਪਾਂ ਕਿਵੇਂ ਦਿਖਾ ਸਕਦੇ ਹਾਂ ਬੇਟੇ ਇਹਨੂੰ, ਜੇ ਆਪਾਂ ਸ਼ੋਅ ਕਰੀਏ ਕਿ ਰਿਪਲਸ਼ਨ ਜੇ ਆਪਾਂ ਦਿਖਾਉਣੀ ਹੈ ਤਾਂ ਆਪਾਂ ਕੀ ਕਹਿੰਦੇ ਆ ਕਿ ਸਪੋਜ਼ ਕਰੋ ਆਪਣੇ ਕੋਲੇ ਮੈਟਲ ਹੈ। ਠੀਕ ਹੈ, ਮੈਟਲ ਦੇ ਵਿੱਚ ਆਪਾਂ ਇਹ ਇੱਦਾਂ ऑक्टाहेड्रल ਬਣਾਉਣੇ ਆ, ਇਹੀ ऑक्टाहेड्रल ਬਣੇਗਾ। ਜੇ ਤਾਂ ਆਪਾਂ z ਲੈ ਲਿਆ, ਸਪੋਜ਼ ਕਰੋ ਇਹ z ਐਕਸਿਸ ਦੇ ਉੱਤੇ ਹੈਗਾ, z dz ਆਰਬਿਟਲ ਬਣ ਗਿਆ। ਹੁਣ ਇੱਥੇ ਸਾਰੇ ਕਿਤੇ ਕੀ ਹੈ ਬੇਟੇ, ਲੀਗੈਂਡ ਹੈ। ਤਾਂ ਆ ਡੀ ਆਰਬਿਟਲ ਹੈ, ਇਹ ਕੀ ਹੈ, ਲੀਗੈਂਡ ਵੱਲ ਨੂੰ ਓਰੀਐਂਟਡ ਹੈ। ਇਹਦਾ ਮਤਲਬ ਇਸ ਆਰਬਿਟਲ ਦੀ ਜਿਹੜੀ એનર્ਜੀ ਦਾ ਲੈਵਲ ਜ਼ਿਆਦਾ ਵੱਧ ਜਾਏਗਾ, ਇਹਦੀ ਰਿਪਲਸ਼ਨ ਜ਼ਿਆਦਾ ਹੋਏਗੀ ਇਹਦੇ ਨਾਲ। ਇਸੇ ਤਰ੍ਹਾਂ ਬੇਟੇ ਜੇ ਆਪਾਂ ਜਿਹੜਾ ਆਰਬਿਟਲ ਹੋਰ ਲੈ ਲਈਏ, ਜੇ ਆਪਾਂ ਸਪੋਜ਼ ਕਰੋ ਆਪਾਂ ਲੈ ਲਿਆ dx² y², ਤਾਂ ਆਪਾਂ ਕੀ ਹੈ, ਇਹ ਵੀ ਐਕਸਿਸ ਦੇ ਉੱਪਰ ਹੈ। ਠੀਕ ਹੈ, ਇਹ ਵੀ ਐਕਸਿਸ ਦੇ ਉੱਪਰ ਹੈ, ਤਾਂ ਇਹ ਕੀ ਹੋਏਗਾ, ਹੁਣ ਫਿਰ ਰਿਪਲਸ਼ਨ ਜ਼ਿਆਦਾ ਹੈ। ਕਿਉਂ, ਕਿਉਂਕਿ ਇੱਥੇ ਕੀ ਹੈ, ਲੀਗੈਂਡਸ ਹੈ, ਤਾਂ ਲੀਗੈਂਡਸ ਵੱਲ ਨੂੰ ਓਰੀਐਂਟਡ ਹੈ, ਇਹਨਾਂ ਦੀ ਵੀ ਰਿਪਲਸ਼ਨ ਜ਼ਿਆਦਾ ਹੋਏਗੀ। ਹੁਣ ਆਪਾਂ ਇੱਕ ਬਣਾਈਏ, ਜੇ ਆਪਾਂ ਇੱਕ ਬਣਾਈਏ ਜਿਹਦੇ ਵਿੱਚ ਜਿਹੜਾ ਆਪਾਂ ਆਪਾਂ ਪ੍ਰੋਪਰ ਆਪਾਂ ਕੀ ਬਣਾਵਾਂਗੇ, ऑक्टाहेड्रल। ठीक है, ਹੁਣ ਆਪਾਂ ਬਣਾਉਣੇ ਬੇਟੇ ਜਿਹੜੇ ਉਹ ਵਿਚਕਾਰ ਹੀ। ਠੀਕ ਹੈ, ਇਹ ਆਪਾਂ ਇੱਕ ਇੱਥੇ ਬਣ ਗਿਆ, ਇੱਕ ਇੱਥੇ ਲੋਬਸ ਬਣ ਗਈਆਂ, ਇਹ ਵਿਚਕਾਰ ਹੋ ਗਿਆ ਐਕਸਿਸ ਦੇ। ਇਹਦਾ ਮਤਲਬ ਕੀ ਹੈ, ਇਹ ਐਕਸ ਐਕਸਿਸ ਮੰਨ ਲਓ, ਐਕਸ ਵਾਈ ਮੰਨ ਲਓ, ਚਾਹੇ ਇਹਨੂੰ ਵਾਈ ਜ਼ੈਡ, ਇਵੇਂ ਦਾ ਹੀ ਵਾਈ ਜ਼ੈਡ ਹੋਏਗਾ, ਇਵੇਂ ਦਾ ਹੀ ਜ਼ੈਡ ਐਕਸ ਹੋਏਗਾ। ਇੱਕ ਐਕਸ ਤੇ ਵਾਈ ਦੇ ਵਿਚਕਾਰ ਹੋਏਗਾ, ਇੱਕ ਵਾਈ ਤੇ ਜ਼ੈਡ ਦੇ ਵਿੱਚ, ਇੱਕ ਜ਼ੈਡ ਤੇ ਐਕਸ ਦੇ ਵਿਚਕਾਰ ਹੋਏਗਾ। ਮਤਲਬ ਕਿ ਕੋਈ ਵੀ ਪ੍ਰੋਪਰਲੀ ਲੀਗੈਂਡ ਵੱਲ ਨੂੰ ਓਰੀਐਂਟਡ ਨਹੀਂ ਹੋਏਗਾ। ਤਾਂ ਇਹਨਾਂ ਦੀ ਰਿਪਲਸ਼ਨ ਹੈ ਜਿਹੜੀ ਬੇਟੀ ਉਹ ਕੀ ਹੋਏਗੀ, ਘੱਟ ਹੋਏਗੀ। ਠੀਕ ਹੈ, ਜਿਹੜੇ ਲੀਗੈਂਡ ਵੱਲ ਨੂੰ ਓਰੀਐਂਟਡ ਹੈ ਇਹ 2 ਹੈ। ਠੀਕ ਹੈ, ਕਿਹੜੇ ਹੈ, dx² ਤੇ y² ਤੇ ਦੂਜਾ dz²। ਇਹਨਾਂ ਦੀ ਰਿਪਲਸ਼ਨ ਜ਼ਿਆਦਾ ਹੋਏਗੀ, dxy dyz ਤੇ dz ਦੀ ਘੱਟ ਹੋਏਗੀ। ਹੁਣ ਕਲੀਅਰ ਹੋ ਗਈ ਤੁਹਾਨੂੰ ਇਹ ਚੀਜ਼ ਕਿ ਕਿਉਂ 2 ਤਰ੍ਹਾਂ ਦੇ ਆਏ, ਕਿਉਂਕਿ ਰਿਪਲਸ਼ਨਸ 2 ਤਰ੍ਹਾਂ ਦੀਆਂ ਹੋਣਗੀਆਂ ਇਹਨਾਂ ਵਿੱਚ। ਠੀਕ ਹੈ, ਤਾਂ ਹੁਣ ਆਪਾਂ ऑक्टाहेड्रल ਕੰਪਲੈਕਸ ਦੇ ਵਿੱਚ, ਕਿਉਂਕਿ ऑक्टाहेड्रल ਜਿਹੜੀ ਆਪਾਂ ਸ਼ੇਪ ਬਣਾਈ ਹੈ ਉਹਦੇ ਅਕੋਰਡਿੰਗ ਹੀ ਆਪਾਂ ਆਰਬਿਟਲਸ ਦੇਖਾਂਗੇ। ਦ ਡੀ ਆਪਾਂ ਕਹਿਣਾ ਹੈ ਕਿ ਇਨ ਦਿਸ ਟਾਈਪ ਆਫ ਕੋਆਰਡੀਨੇਸ਼ਨ ਐਂਟਾਈਟੀ 6 ਲੀਗੈਂਡਸ ਅਰਾਊਂਡ ਦਾ ਮੈਟਲ ਐਟਮ। ਇਹ ਆਪਾਂ ਪਹਿਲਾਂ ਪਤਾ ਹੀ ਆਪਾਂ ਨੂੰ। The dx² y² and dz² orbitals which are directed towards the ligands will experience more repulsion. ਤਾਂ ਉਹਨਾਂ ਦੇ ਵਿੱਚ repulsion ਜ਼ਿਆਦਾ ਹੋਏਗੀ and will be raised in energy. ਤਾਂ ਉਹਨਾਂ ਦੀ એનર્ਜੀ ਦਾ ਲੈਵਲ ਕੀ ਹੋ ਜਾਏਗਾ, ਵੱਧ ਜਾਏਗਾ। The 3 orbitals dxy dyz dzx which are directed between the axes will be lowered in energy. ਉਹਨਾਂ ਦੀ ਰਿਪਲਸ਼ਨ ਕੀ ਹੋਏਗੀ, ਘੱਟ ਹੋਏਗੀ, ਇਸ ਕਰਕੇ એનર્ਜੀ ਹੈ ਜਿਹੜੀ ਉਹਨਾਂ ਦੀ ਡਿਕਰੀਜ਼ ਹੋ ਜਾਏਗੀ। In octahedral complexes, the 3 orbitals of lower energy are called T2g orbitals. Octahedral complexes ਦੇ ਵਿੱਚ ਬੇਟੇ ਜਿਹੜੇ 3 ਆਰਬਿਟਲ ਹੈ, 3 ਆਰਬਿਟਲ ਕਿਹੜੇ dxy dyz ਤੇ dzx। ਠੀਕ ਹੈ, ਇਹ 3 ਆਰਬਿਟਲ ਜਿਨ੍ਹਾਂ ਦਾ એનર્ਜੀ ਲੈਵਲ ਕੀ ਹੋ ਗਿਆ, ਲੋਅਰ ਹੋ ਗਿਆ, ਉਹਨਾਂ ਨੂੰ ਅਸੀਂ ਕਹਿੰਦੇ ਆ T2g orbitals. And the 2 orbitals of higher energy ਜਿਹੜੇ ਕਿ dx² y² ਤੇ dz² ਹੈ,
ਇਹਨਾਂ ਨੂੰ ਅਸੀਂ ਕਹਿੰਦੇ ਆ EG ऑर्बिटल्स। ठीक है, ये तुहानू क्यों कहने आ, ये बियॉन्ड योर स्कोप है। ये स्पैक्ट्रोस्कोपिक मैथड्स के अकॉर्डिंग बेटे इन्हां दे नाम रखे जाते हैं। ਤਾਂ ਇਹ ਆਪਾਂ ਨਹੀਂ ਪੜ੍ਹਨਾ, ਆਪਾਂ ਸਿਰਫ ਥੋੜ੍ਹੀਆਂ ਚੀਜ਼ਾਂ ਹੀ ਹੈ, ਕਿਉਂਕਿ ਆਪਾਂ ਸ਼ੁਰੂ 'ਚ ਹੀ ਕਿਹਾ ਸੀ ਕਿ ਇਹ ਥਿਊਰੀਜ਼ ਹੈ ਜਿਹੜੀਆਂ, ਇਹਨਾਂ ਦੀ ਵੀ ਬਹੁਤੀ ਜ਼ਿਆਦਾ ਡਿਟੇਲ ਨਹੀਂ, ਤੁਹਾਨੂੰ ਸਿਰਫ ਸਿੰਪਲ ਜਿਹੀਆਂ ਐਪਲੀਕੇਸ਼ਨਸ ਇਹਦੀਆਂ ਆਪਾਂ ਲੈਣੀਆਂ। ਠੀਕ ਹੈ, ਤਾਂ ਆਪਾਂ ਕਿਹਾ ਕਿ ਜਿਹੜੇ 2 ਆਰਬਿਟਲ ਹੈ ਉਹਨਾਂ ਨੂੰ ਅਸੀਂ EG ਆਰਬਿਟਲਸ ਕਹਾਂਗੇ, ਜਿਨ੍ਹਾਂ ਦਾ એનર્ਜੀ ਲੈਵਲ ਵੱਧ ਗਿਆ। ਜਿਹੜੇ ਦਾ એનર્ਜੀ ਲੈਵਲ ਘਟ ਗਿਆ, 3 ਆਰਬਿਟਲ ਹੈ, ਉਹਨਾਂ ਨੂੰ T2G ਆਰਬਿਟਲ, ਇਹਨਾਂ ਨਾਮ ਹੀ ਅਸੀਂ ਲੈਂਦੇ ਹਾਂ T2G ਐਂਡ EG ਆਰਬਿਟਲਸ। ਕਲੀਅਰ। ਹੁਣ ਆਪਾਂ ਦਿਖਾਵੇਂ ਆ ਕਿ ਕਿਵੇਂ ਇਹਨਾਂ ਦਾ એનર્ਜੀ ਲੈਵਲ ਹੈ ਜਿਹੜਾ ਉਹ ਇਨਕਰੀਜ਼ ਹੁੰਦਾ ਹੈ। ਪਹਿਲਾਂ ਆਪਾਂ ਲਏ ਬੇਟੇ D ਆਰਬਿਟਲਸ, ਜਦੋਂ ਮੈਟਲ ਐਟਮ ਫ੍ਰੀ ਸੀ, ਕੋਈ ਲਿਗੈਂਡ ਇਹਨੂੰ ਅਪਰੋਚ ਨਹੀਂ ਕਰ ਸਕਦਾ ਸੀ। D ਆਰਬਿਟਲਸ ਇਨ ਫ੍ਰੀ ਮੈਟਲ ਆਇਨ। ਹੁਣ ਕੀ ਹੋਇਆ, ਲਿਗੈਂਡ ਇਹਨੂੰ ਅਪਰੋਚ ਕਰ ਰਿਹਾ ਹੈ। ਜਦੋਂ ਲਿਗੈਂਡ ਅਪਰੋਚ ਕਰੇਗਾ ਤਾਂ ਇਹਦਾ એનર્ਜੀ ਲੈਵਲ ਆਪਾਂ ਕੀ ਕਿਹਾ, ਇਨਕਰੀਜ਼ ਹੋ ਜਾਏਗਾ। ਪਰ ਹੁਣ ਇਹ ਤਾਂ ਇਹ ਹੋ ਗਿਆ ਕਿ ਕੋਈ ਵੀ ਲਿਗੈਂਡ ਹੈ, ਸਾਨੂੰ ਨਹੀਂ ਪਤਾ ਕਿਹੜੇ ਲਿਗੈਂਡਸ ਹੈ। ਤਾਂ ਜੇ ਤਾਂ ਲਿਗੈਂਡ ਰਿਹਾ ਸਿਮੈਟ੍ਰੀਕਲ ਹੋਏ, ਠੀਕ ਹੈ, ਸਫੈਰੀਕਲ ਹੋਏ, ਐਵਰੇਜ એનર્ਜੀ ਆਫ D ਆਰਬਿਟਲਸ ਇਨ ਦਾ ਸਫੈਰੀਕਲ ਕ੍ਰਿਸਟਲ ਫੀਲਡ, ਸਫੈਰੀਕਲ ਕ੍ਰਿਸਟਲ ਫੀਲਡ ਹੈ, ਸਫੈਰੀਕਲੀ ਸਿਮੈਟ੍ਰੀਕਲ ਹੈ ਲਿਗੈਂਡਸ। ਠੀਕ ਹੈ, ਤਾਂ ਉਦੋਂ ਫਿਰ ਕੀ ਹੈ, ਇਹੀ ਲੈਵਲ ਰਹੇਗਾ ਉਹਨਾਂ ਦਾ, ਇਹੀ ਲੈਵਲ ਰਹੇਗਾ। ਹਾਇਰ ਹੋ ਗਿਆ ਰਿਪਲਸ਼ਨ ਕਰਕੇ, ਕਿਹਦੇ ਕਰਕੇ ਹਾਇਰ ਹੋ ਰਿਹਾ ਬੇਟੇ, ਆਪਾਂ ਹੁਣੇ ਪੜ੍ਹਿਆ ਉੱਪਰ ਕਿ ਮੈਟਲ ਦੇ ਆਇਨ ਦਾ ਤੇ ਲਿਗੈਂਡਸ ਦੇ ਆਇਨ ਦੇ ਵਿੱਚ ਰਿਪਲਸ਼ਨ ਹੋਗੀ ਤਾਂ ਇਹਨਾਂ ਦਾ એનર્ਜੀ ਲੈਵਲ ਇਨਕਰੀਜ਼ ਹੋ ਜਾਏਗਾ। ਪਰ ਕਿਉਂਕਿ ਸਾਡੇ ਜਿਹੜੇ D ਆਰਬਿਟਲਸ ਹੈ ਸਫੈਰੀਕਲੀ ਸਿਮੈਟ੍ਰੀਕਲ ਨਹੀਂ ਹੁੰਦੇ, ਤਾਂ ਫਿਰ ਕੀ ਹੈ, ਉਹ ਸਪਲਿਟ ਅਪ ਹੋ ਜਾਣਗੇ। 3 ਆਰਬਿਟਲ ਹੈ ਜਿਹੜੇ ਉਹਨਾਂ ਦਾ ਲੈਵਲ ਘਟ ਜਾਏਗਾ, 2 ਆਰਬਿਟਲ ਉਹਨਾਂ ਦਾ ਲੈਵਲ ਵੱਧ ਜਾਏਗਾ। ਪਰ ਸਾਰਾ ਜਿਹੜਾ ਟੋਟਲ એનર્ਜੀ ਹੈ ਨਾ ਜਿਹੜੀ ਉਹ ਇੰਨੀ ਰਹੇਗੀ, ਉਹ ਚੇਂਜ ਨਹੀਂ ਹੋਏਗੀ ਬੇਟੇ। ਇਹਨਾਂ એનર્ਜੀਜ਼ ਦਾ ਸਮ ਦੇਖਾ, ਥੋੜਾ એનર્ਜੀ ਘਟ ਗਈ, ਇਹ એનર્ਜੀ ਵੱਧ ਗਈ, ਜ਼ਿਆਦਾ ਵੱਧਦੀ ਹੈ, ਥੋੜੀ ਘਟਦੀ ਹੈ એનર્ਜੀ। ਠੀਕ ਹੈ, ਪਰ ਜੇ ਆਪਾਂ ਇਹਨਾਂ ਦੀ ਐਵਰੇਜ એનર્ਜੀ ਕੱਢੀਏ ਤਾਂ ਉਹ ਕੀ ਰਹੇਗੀ, ਸੇਮ ਰਹੇਗੀ, ਇਹਦੇ ਨਾਲੋਂ ਕੋਈ ਫਰਕ ਨਹੀਂ ਹੋਏਗਾ। ਠੀਕ ਹੈ, ਇਹਨੂੰ ਬੈਰੀ ਸੈਂਟਰ ਰੂਲ ਕਹਿੰਦੇ ਆ ਬੇਟੇ, ਬੈਰੀ ਸੈਂਟਰ ਰੂਲ, ਕਿ એનર્ਜੀ ਹੈ ਜਿਹੜੀ ਸਪਲਿਟਿੰਗ ਦੀ ਜਿਹੜੀ ਟੋਟਲ એનર્ਜੀ ਹੈ ਉਹ ਕੀ ਰਹੇਗੀ, ਐਵਰੇਜ એનર્ਜੀ, ਜਿੰਨੀ ਇਹਦੀ એનર્ਜੀ ਵੱਧ ਕੇ ਹੋਗੀ ਹੈ। ਠੀਕ ਹੈ, ਹੁਣ ਆਪਾਂ 3 ਆਰਬਿਟਲ ਨੀਚੇ ਲਗਾਤੇ, ਇਹ ਕਿਹੜੇ ਹੈ, DXY, DYZ ਤੇ DZ, ਇਹਨੂੰ ਅਸੀਂ ਕੀ ਕਹਿੰਦੇ, T2G ਆਰਬਿਟਲਸ। ਜਿਹੜੇ 2 ਆਰਬਿਟਲ ਉੱਪਰ ਚਲੇ ਗਏ ਬੇਟੇ, DX2, Y2 ਤੇ DZ2, ਇਹਨਾਂ ਦਾ એનર્ਜੀ ਲੈਵਲ ਵੱਧ ਗਿਆ, ਕਿਉਂਕਿ ਇਹਨਾਂ 'ਚ ਰਿਪਲਸ਼ਨ ਜ਼ਿਆਦਾ ਹੋਊਗੀ, ਇਹਨਾਂ ਨੂੰ ਕਹਿੰਦੇ ਅਸੀਂ EG ਆਰਬਿਟਲ। ਜਿਹੜਾ ਇਹ એનર્ਜੀ ਦਾ ਡਿਫਰੈਂਸ ਹੈ ਬੇਟੇ, ਇਹਨੂੰ ਅਸੀਂ ਕਹਿੰਦੇ ਹਾਂ ਡੈਲਟਾ O ਦੇ ਨਾਲ ਲਿਖਦੇ ਹਾਂ, ਡੈਲਟਾ ਫਾਰ ਚੇਂਜ ਐਂਡ O ਫਾਰ ਔਕਟਾਹੈਡਰਲ। ਠੀਕ ਹੈ, ਇਹਨੂੰ ਡੈਲਟਾ O ਦੇ ਨਾਲ ਅਸੀਂ ਲਿਖਦੇ ਹਾਂ, ਇਹ એનર્ਜੀ ਦਾ ਡਿਫਰੈਂਸ ਹੈ। ਇਹਨੂੰ ਅਸੀਂ ਕ੍ਰਿਸਟਲ ਫੀਲਡ ਸਪਲਿਟਿੰਗ એનર્ਜੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਡੈਲਟਾ O ਹੈ ਜਿਹੜਾ, ਉਹ ਸਪਲਿਟਿੰਗ એનર્ਜੀ ਹੈ। ਹੁਣ ਜਿਹੜੀ ਇਸ ਐਵਰੇਜ એનર્ਜੀ ਤੋਂ ਉੱਪਰ એનર્ਜੀ ਵਧੀ ਹੈ, ਮਤਲਬ ਇਹ ਡਿਫਰੈਂਸ ਹੈ, ਉਹ ਕਿੰਨਾ ਹੈ ਬੇਟੇ, 3/5 ਡੈਲਟਾ O। ਇਹ 3/5 ਆਫ ਡੈਲਟਾ O ਹੈ। ਜਿਹੜਾ ਨੀਚੇ ਹੈ ਘਟੀ એનર્ਜੀ, ਉਹ 2/5 ਡੈਲਟਾ O ਹੈ। ਤੇ ਜੇ ਅਸੀਂ 3/5 ਡੈਲਟਾ O ਤੇ 2/5 ਡੈਲਟਾ O ਨੂੰ ਜੋੜ ਦਈਏ ਤਾਂ ਕੀ ਹੋ ਜਾਏਗਾ, ਇਹੀ એનર્ਜੀ ਲੈਵਲ ਬਣ ਜਾਏਗਾ। ਕਲੀਅਰ ਹੋ ਗਿਆ ਕਿ ਇਹਨਾਂ ਦੋਨਾਂ ਦਾ ਸਮ ਹੈ ਜਿਹੜਾ ਉਹ ਕੀ ਹੋਏਗਾ, ਇਹਦੇ ਬਰਾਬਰ ਹੀ ਹੋਏਗਾ, એનર્ਜੀ ਦੇ ਵਿੱਚ ਚੇਂਜ ਨਹੀਂ ਆਏਗੀ। ਸਮਝ ਆ ਗਈ ਬੇਟੇ ਤੁਹਾਨੂੰ ਕਿ ਕਿਵੇਂ D ਆਰਬਿਟਲਸ ਹੈ ਜਿਹੜੇ ਉਹ ਸਪਲਿਟ ਅਪ ਹੋ ਜਾਂਦੇ ਹੈ। ਕਿਉਂ ਹੋ ਜਾਂਦੇ ਹੈ, ਕਿਉਂਕਿ ਇਹਨਾਂ ਦੀਆਂ ਰਿਪਲਸ਼ਨਸ ਡਿਫਰੈਂਟ ਹੈ। ਡਿਫਰੈਂਟ ਰਿਪਲਸ਼ਨਸ ਹੋਣ ਕਰਕੇ, ਜ਼ਿਆਦਾ ਰਿਪਲਸ਼ਨ ਹੋਣ ਕਰਕੇ ਇਹਨਾਂ ਦਾ ਲੈਵਲ ਵੱਧ ਗਿਆ, ਘੱਟ ਰਿਪਲਸ਼ਨਸ ਹੋਣ ਕਰਕੇ ਇਹਨਾਂ ਦਾ ਲੈਵਲ ਘਟ ਗਿਆ। ਪਰ ਐਵਰੇਜ એનર્ਜੀ ਇੰਨੀ ਹੀ ਰਹੇਗੀ ਜਿੰਨੀ ਇਹਦੇ ਰਿਪਲਸ਼ਨ ਤੋਂ ਬਾਅਦ ਵਧੀ ਹੈ એનર્ਜੀ। ਕਲੀਅਰ ਹੋ ਗਿਆ। ਤਾਂ ਆਪਾਂ ਕੀ ਕੀਤਾ, ਸ਼ੋ ਕੀ ਕੀਤਾ, D ਆਰਬਿਟਲ ਸਪਲਿਟਿੰਗ ਇਨ ਐਨ ਔਕਟਾਹੈਡਰਲ ਕ੍ਰਿਸਟਲ ਫੀਲਡ, ਇਹਦੇ ਵਿੱਚ ਆਪਾਂ ਸ਼ੋ ਕੀਤੀ ਹੈ। ਹੁਣ ਆਪਾਂ ਦੇਖਦੇ ਹਾਂ ਬੇਟੇ ਕਿ ਜਿਹੜਾ એનર્ਜੀ ਦਾ ਡਿਫਰੈਂਸ ਹੈ, the energy difference between the two sets of energy levels is called crystal field splitting energy। मैं तुहानू पहला ही दस्सिया कि इहनू आपां crystal field splitting energy कहने आ and is represented by delta O, O for octahedral। The crystal field splitting occurs in such a way that the average energy of D orbitals does not change।
मतलब जिहड़ी स्प्लिटिंग है ना बेटे इस तरह नाल हुंदी है कि जिहड़ी एवरेज एनर्जी है डी ऑर्बिटल्स दी वो चेंज नहीं हुंदी, जिन्नी वध के बन गई एनर्जी उन्नी ही रहेगी। जिवें पहलां तुहानूं दसता कि एनर्जी च चेंज नहीं आउणी। दिस इज़ नोन एज बैरी सेंटर रूल, इनू असी बैरी सेंटर रूल लैंदे आ, विच इज़ सिमिलर टू सेंटर ऑफ ग्रैविटी टाइप रूल। जिवें आपां सेंटर ऑफ ग्रैविटी लैंदे आ ਉਹਦੀ रूल के अकॉर्डिंग इनू बैरी सेंटर रूल कह दिंदे आ। नैक्सट है बेटे स्पैक्ट्रोकैमिकल सीरीज़। हुण स्पैक्ट्रोकैमिकल सीरीज़ किहनूं कहने आपां, हुण इहदे विच जिहड़ी स्प्लिटिंग है ना बेटे डेल्टा ओ है जिहड़ा ਉਹ हरेक लीगेंड ਦੀ ਪ੍ਰੈਜ਼ੈਂਸ ਦੇ ਵਿੱਚ सेम नहीं ਹੁੰਦਾ। ਇਹ ਕਿਹਦੇ ਤੇ ਡਿਪੈਂਡ ਕਰਦਾ बेटे, ਕਿਹੋ ਜਿਹਾ ਲੀਗੈਂਡ ਮੈਟਲ ਐਟਮ ਨੂੰ ਅਪਰੋਚ ਕਰ ਰਿਹਾ ਹੈ ਜਾਂ ਮੈਟਲ ਐਟਮ ਦੇ ਉੱਤੇ ਕਿੰਨਾ ਚਾਰਜ ਹੈ। ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਕਰੇਗਾ। ਠੀਕ ਹੈ ਕਿ ਜਿਹੜੀ ਸਪਲਿਟਿੰਗ ਹੈ ਹਰੇਕ ਦੇ ਵਿੱਚ ਸੇਮ ਨਹੀਂ ਹੁੰਦੀ। ਫਿਰ ਇਹ ਸੇਮ ਨਹੀਂ ਹੁੰਦੀ ਤਾਂ ਇਹ ਕਿਹਦੇ ਤੇ ਡਿਪੈਂਡ ਕਰਦੀ ਹੈ, ਇਹ ਡਿਪੈਂਡ ਕਰੇਗੀ ਬੇਟੇ ਲੀਗੈਂਡਸ ਦੇ ਉੱਤੇ। ਆਪਾਂ ਇਹ ਮੰਨਾਂਗੇ ਮੇਨ ਇਹ ਲੀਗੈਂਡਸ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਜੇ ਤਾਂ ਲੀਗੈਂਡ ਬਹੁਤ ਸਟਰੋਂਗ ਫੀਲਡ ਦੇ ਸਕਦਾ ਹੈ, ਮਤਲਬ ਨੈਗੇਟਿਵ ਚਾਰਜ इलैक्ट्रिकल फील्ड है जिहड़ा वो बहुत स्ट्रोंग दे सकता है तो फिर स्प्लिटिंग ज़्यादा हो जाएगी। जे वो स्ट्रोंग फील्ड नहीं दे सकता लीगेंड तो फिर जिहड़ी स्प्लिटिंग है वो घट होएगी, मतलब कि लीगेंड ते डिपेंड करती है। तो हम आप पढ़ते हैं स्पैक्ट्रोकैमिकल सीरीज़ असी कित्थों आई कि की है ये। द क्रिस्टल फील्ड स्प्लिटिंग डेल्टा ओ डिपेंड्स ऑन द फील्ड प्रोड्यूस्ड बाय द लीगेंड्स एंड द चार्ज ऑन द मेटल लाइन। जिहड़ा फील्ड प्रोड्यूस कर रहे हैं लीगेंड्स, ठीक है, ते चार्ज ऑफ मेटल लाइन। सम लीगेंड्स कैन कॉज अ लार्ज स्प्लिटिंग। कुछ लीगेंड है जिहड़े बेटे वो बहुत ज़्यादा स्प्लिटिंग है जिहड़ी वो कर सकते हैं। उन्होंने असीं कहने बेटे स्ट्रोंग फील्ड लीगेंड्स, जिहड़े ज़्यादा स्प्लिटिंग कर सकते हैं, मतलब ज़्यादा डिफरेंस आ जाए एनर्जी का आपस दे विच, उन्होंने असीं कहने स्ट्रोंग फील्ड लीगेंड्स। ठीक है, whereas others which can cause small crystal field splitting। कुछ है जिहड़े बाकी दे लीगेंड है वो घट जिहड़ी है स्प्लिटिंग कर सकणगे, उन्हां नूं असीं कहने बेटे वीक फील्ड लीगेंड्स। मतलब की है कि लीगेंड्स है साडे कोले बेटे दो तरह दे हो गए। एक नूं असीं कहने आ स्ट्रोंग फील्ड लीगेंड ते दूसरी तरह दे होणगे वीक फील्ड लीगेंड। जिहड़े स्ट्रोंग फील्ड क्रिएट करनगे वो ज़्यादा स्प्लिटिंग करनगे, उन्होंने असीं स्ट्रोंग फील्ड लीगेंड्स कहांगे। जिहड़े घट जिहड़ा इलैक्ट्रिकल फील्ड वो प्रोड्यूस कर सकते हैं उन्होंने वो स्प्लिटिंग घट करनगे, उन्होंने असीं वीक फील्ड लीगेंड्स कहांगे। ठीक है, हुण इन्हां लीगेंड्स नूं बेटे असीं एक सीरीज़ दे विच अरेंज करता, इसे सीरीज़ नूं असीं स्पैक्ट्रोकैमिकल सीरीज़ कहने आ। दस लीगेंड्स कैन बी अरेंज्ड इन अ सीरीज़ इन ऑर्डर ऑफ इंक्रीजिंग फील्ड स्ट्रेंथ। फील्ड स्ट्रेंथ दे इनक्रीजिंग ऑर्डर दे विच आपां इन्हां नूं अरेंज कर दिंदे आ। मतलब सब तो पहलां असीं वो जिहड़े लीगेंड्स रखांगे जिन्हां दे जिहड़े कि घट जिहड़ा इलैक्ट्रिकल फील्ड है वो स्ट्रोंग नहीं वीक फील्ड जिहड़ा अप्लाई कर सकते हैं, प्रोड्यूस कर सकते हैं। ठीक है, या कहो लो तुसीं वीक फील्ड लीगेंड्स है जिहड़े वो असीं रखांगे, फिर असीं इनक्रीजिंग ऑर्डर दे विच रखते जावांगे। इस सीक्वेंस नूं इस अरेंजमेंट नूं आपां की कह दिंदे आ स्पैक्ट्रोकैमिकल सीरीज़। ठीक है, हुण तुसीं देखो आपां किवें अरेंज कीते है। आई नैगेटिव BR SCN CL S2 नैगेटिव F नैगेटिव OH नैगेटिव, फिर ऑक्सीलेट, फिर वाटर, फिर इहदा उल्ट। ठीक है, थायोसाइनेट सीगा ये आइसोसाइनेट आ गया। ठीक है, फिर EDT आ गया, फिर अमोनीया आ गया, फिर EN आ गया, फिर CN आ गया, फिर CO। इहदा मतलब की है बेटे कि जिहड़े पिछे लिखे आपां लीगेंड्स ये सारे स्ट्रोंग फील्ड लीगेंड्स है, जिहड़े अगे लिखे असीं वो सारे वीक फील्ड लीगेंड्स है। वाटर तो असीं जिहड़े बाद विच आउंदे आ इन्हां नूं मंनदे आ आपां, वो सारिआं नूं असीं स्ट्रोंग फील्ड मंनदे आ। वाटर नूं ते बाकी इहदे अगे जिहड़े इन्हां नूं असीं वीक फील्ड लीगेंड्स मंनदे आ। ठीक है, वाटर भी वीक फील्ड लीगेंड है। ये सारे इहदा मतलब जिन्ने भी हैलोजन्स है सारे जिहड़े आपां लीगेंड आम तौर ते की वरतदे आ बेटे क्लोरीन, ब्रोमीन, ठीक है, आयोडीन या OH या ऑक्सीलेट, ये आपां लीगेंड्स आम वरतदे आ। वाटर ये सारे की है वीक फील्ड लीगेंड्स है। पर जदों आपां
ਇਹ ਆਮ ਵਰਤਦੇ ਆਪਾਂ, ਇਹ ਆਮ ਵਰਤਦੇ ਆ। CN ਰੂਟੀਨ ਦੇ ਵਿੱਚ ਜਿਹੜੇ ਤੁਹਾਨੂੰ ਕਿੰਨੇ ਹੀ ਕੰਪਾਊਂਡਸ ਆਪਾਂ ਐਗਜ਼ਾਮਪਲਸ ਪੜ੍ਹਦੇ ਆ ਜਿਹੜੀਆਂ, ਉਹ ਸਾਰਿਆਂ ਦੇ ਵਿੱਚ ਅਸੀਂ ਇਹਨਾਂ ਲਿਗੈਂਡਸ ਨੂੰ ਯੂਜ਼ ਕਰਦੇ ਆ। ਇਹ ਸਾਰੇ ਕੀ ਹੈ ਬੇਟੇ, ਸਟਰੋਂਗ ਫੀਲਡ ਲਿਗੈਂਡਸ ਹੈ। ਹੁਣ ਤੁਸੀਂ ਇਹਨੂੰ ਯਾਦ ਰੱਖਣਾ ਹੈ ਕਿ ਜਿਹੜੇ ਹੈਲੋਜਨਸ ਦੇ ਵਿੱਚੋਂ ਜਿਹੜਾ ਵੀ ਆਏਗਾ ਉਹ ਵੀਕ ਫੀਲਡ ਹੈ, OH ਵੀਕ ਫੀਲਡ ਹੈ, ਆਕਜ਼ੇਲੇਟ ਵੀਕ ਫੀਲਡ ਹੈ, ਵਾਟਰ ਵੀਕ ਫੀਲਡ ਹੈ। ਪਰ ਜਿਹੜੇ ਐਮੀਨ ਤੇ ਐਥਿਲੀਨ ਡਾਈਮੀਨ, ਸਾਇਨਾਈਡ, CO ਜਿਹਨੂੰ ਕਾਰਬੋਨਿਲ ਕਹਿੰਦੇ ਆ, EDTA, ਇਹ ਸਾਰੇ ਸਟਰੋਂਗ ਫੀਲਡ ਲਿਗੈਂਡਸ ਹੈ। ਹੁਣ ਜਿਹੜੀ ਬੇਟੇ ਕੰਪਲੈਕਸ ਦੀ ਕਨਫੀਗੂਰੇਸ਼ਨ ਹੋਏਗੀ ਨਾ, ਕਿ ਆਰਬਿਟਲ ਦੇ ਜਿਹੜੇ ਆਰਬਿਟਲ ਆਪਾਂ ਬਣਾਤੇ 2 ਲੈਵਲ, ਇਹ 2 ਲੈਵਲ ਬਣ ਗਏ ਆਰਬਿਟਲਸ ਦੇ ਬੇਟੇ। ਹੁਣ ਇਲੈਕਟ੍ਰੋਨ ਹੈ ਜਿਹੜਾ ਉਹ 3 ਤਾਂ ਇੱਥੇ ਜਾਣਗੇ, 3 ਤੱਕ ਤਾਂ ਕੋਈ ਫਰਕ ਨਹੀਂ ਪੈਣਾ, ਕਿਉਂਕਿ ਹੰਟਸ ਰੂਲ ਕਹਿੰਦਾ ਹੈ ਕਿ G ਜਨਰੇਟ D ਜਨਰੇਟ ਆਰਬਿਟਲਸ ਹੈ, ਤਾਂ ਇੱਕ ਇਲੈਕਟ੍ਰੋਨ ਜਾਏਗਾ। ਉਸ ਤੋਂ ਬਾਅਦ ਜਿਹੜਾ ਅਗਲਾ ਇਲੈਕਟ੍ਰੋਨ ਹੈ, ਹੁਣ ਇਹ ਪੇਅਰ ਅਪ ਹੋਏਗਾ ਕਿ ਉੱਪਰ ਜਾਏਗਾ। ਇਹ ਹੁਣ ਮਤਲਬ ਕੀ ਹੈ ਕਿ ਕਨਫੀਗੂਰੇਸ਼ਨ ਕੀ ਹੋਏਗੀ। ਇਹ ਕਨਫੀਗੂਰੇਸ਼ਨ ਹੈ ਨਾ ਬੇਟੇ ਜਿਹੜੀ, ਉਹ ਡਿਪੈਂਡ ਕਰੇਗੀ ਸਪਲਿਟਿੰਗ ਦੇ ਉੱਤੇ, ਕਿ ਸਪਲਿਟਿੰਗ ਜ਼ਿਆਦਾ ਹੋ ਰਹੀ ਹੈ ਜਾਂ ਘੱਟ ਹੋ ਰਹੀ ਹੈ, ਜਾਂ ਕਰੇਗੀ ਪੇਅਰਿੰਗ ਦੇ ਉੱਤੇ, ਕਿਉਂਕਿ ਜਦੋਂ ਇਲੈਕਟ੍ਰੋਨ ਪੇਅਰ ਅਪ ਹੋਣੇ ਆ ਤਾਂ ਉਹਨਾਂ ਨੂੰ ਵੀ એનર્ਜੀ ਚਾਹੀਦੀ ਹੈ। ਪੇਅਰ ਅਪ ਕਿਉਂ? ਕਿਉਂਕਿ ਜਦੋਂ ਪੇਅਰ ਅਪ ਹੋਣੇ ਆ ਤਾਂ ਉਦੋਂ ਰਿਪਲਸ਼ਨ ਹੁੰਦੀ ਹੈ ਇਲੈਕਟ੍ਰੋਨ ਦੇ ਵਿੱਚ, ਇੱਕੋ ਹੀ ਆਰਬਿਟਲ ਦੇ ਵਿੱਚ। ਤਾਂ ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ ਡਿਸਾਈਡ ਕਰੇਗਾ ਪੇਅਰਿੰਗ એનર્ਜੀ ਤੇ ਜਿਹੜੀ ਕ੍ਰਿਸਟਲ ਫੀਲਡ ਸਪਲਿਟਿੰਗ ਹੈ। ਦੋਨੋਂ ਚੀਜ਼ਾਂ ਡਿਸਾਈਡ ਕਰਨਗੀਆਂ ਕਿ ਇਲੈਕਟ੍ਰੋਨ ਹੈ ਜਿਹੜੇ ਉਹ ਉੱਪਰ ਵਾਲੇ ਲੈਵਲ 'ਚ ਜਾਣਗੇ ਜਾਂ ਨੀਚੇ ਵਾਲੇ ਲੈਵਲ 'ਚ ਹੀ ਰਹੇਗਾ, ਜਾਂ ਕਹਿ ਲਓ ਤੁਸੀਂ ਕਨਫੀਗੂਰੇਸ਼ਨ ਕੀ ਹੋਏਗੀ। ਇਹ 2 ਚੀਜ਼ਾਂ ਡਿਸਾਈਡ ਕਰਨਗੀਆਂ, ਠੀਕ ਹੈ। The electronic configurations of complexes depend upon the crystal field splitting delta O, crystal field splitting ਤੇ depend ਕਰੇਗੀ, and the pairing energy P, ਇਹਨੂੰ ਅਸੀਂ P ਨਾਲ ਲਿਖਾਂਗੇ। ਹੁਣ pairing energy ਕਿਹਨੂੰ ਕਹਿੰਦੇ ਬੇਟੇ? energy required for the electron pairing in a single orbital। ਇੱਕੋ ਹੀ orbital ਦੇ ਵਿੱਚ ਜਦੋਂ ਅਸੀਂ ਇਲੈਕਟ੍ਰੋਨ ਨੂੰ ਪੇਅਰ ਅਪ ਕਰਨਾ ਹੈ, ਮਤਲਬ ਦੂਜਾ ਇਲੈਕਟ੍ਰੋਨ ਅਸੀਂ ਉਸੇ orbital 'ਚ ਐਡ ਕਰਨਾ ਹੈ, ਤਾਂ ਉਹਦੇ ਵਿੱਚ ਜਿਹੜੀ એનર્ਜੀ ਹੈ ਜਿਹੜੀ ਰਿਕੁਆਇਰਡ, ਉਹਨੂੰ ਕਹਿੰਦੇ ਅਸੀਂ ਪੇਅਰਿੰਗ એનર્ਜੀ, ਠੀਕ ਹੈ। ਤਾਂ ਇਹ 2 ਚੀਜ਼ਾਂ ਡਿਸਾਈਡ ਕਰਨਗੀਆਂ ਕਿ ਕਨਫੀਗੂਰੇਸ਼ਨ ਹੈ ਜਿਹੜੀ ਉਹ ਕੀ ਹੋਏਗੀ, ਠੀਕ ਹੈ। ਹੁਣ ਆਪਾਂ ਲੈਣੇ ਬੇਟੇ ਦ ਕੰਪਲੈਕਸਿਸ ਹੈਵਿੰਗ ਅਪ ਟੂ D3, D1 ਵੀ ਹੋਵੇ, D2 ਹੋਵੇ, D3 ਹੋਵੇ। ਈਚ ਇਲੈਕਟ੍ਰੋਨ ਕੈਨ ਆਕੂਪਾਈ ਅ ਸੈਪਰੇਟ ਆਰਬਿਟਲ ਇਨ ਦ ਲੋਅਰ ਸੈਟ ਇਨ ਅਕੋਰਡੈਂਸ ਵਿਦ ਹੰਟਸ ਰੂਲ। ਹੰਟਸ ਰੂਲ ਸਾਨੂੰ ਕੀ ਕਹਿੰਦਾ ਬੇਟੇ ਕਿ ਜਦੋਂ ਇੱਕੋ ਹੀ ਲੈਵਲ ਦੇ ਇੱਕ એનર્ਜੀ ਲੈਵਲ ਦੇ ਜਿਹੜੇ ਆਰਬਿਟਲਸ ਹੈ, ਸਭ ਤੋਂ ਪਹਿਲਾਂ ਇੱਕ ਇਲੈਕਟ੍ਰੋਨ ਉਹਨਾਂ ਦੇ ਵਿੱਚ ਜਾਏਗਾ। ਜੇ ਕਿਸੇ ਸਪੀਸ਼ੀਜ਼ ਕੋਲ D 'ਚ ਇੱਕੋ ਇਲੈਕਟ੍ਰੋਨ ਹੈ ਤਾਂ ਇਸ ਆਰਬਿਟਲ 'ਚ ਜਾਏਗਾ, ਜੇ 2 ਹੋ ਗਏ ਤਾਂ ਇਹ 'ਚ ਜਾਏਗਾ, ਜੇ 3 ਹੋ ਗਏ ਤਾਂ ਇਹਦੇ 'ਚ ਜਾਏਗਾ। ਇਹ 'ਚ ਕੋਈ ਫਰਕ ਨਹੀਂ ਪੈਣਾ, ਮਤਲਬ D3 ਤੱਕ ਸਾਨੂੰ ਕੋਈ ਚੇਂਜ ਨਹੀਂ ਹੋਣੀ। ਪਰ ਜਦੋਂ D4 ਹੋ ਗਿਆ, 4th ਇਲੈਕਟ੍ਰੋਨ ਆ ਗਿਆ, ਹੁਣ ਇਹਦੇ ਕੋਲੇ 2 ਪੋਸੀਬਿਲਿਟੀਜ਼ ਹੈ ਬੇਟੇ, ਜਾਂ ਤਾਂ ਇਲੈਕਟ੍ਰੋਨ ਇੱਥੇ ਜਾਏਗਾ ਕਿਉਂਕਿ ਪੇਅਰ ਅਪ ਹੋਣ ਸ਼ੁਰੂ ਹੋ ਜਾਣਗੇ, ਜਾਂ ਫਿਰ ਇਲੈਕਟ੍ਰੋਨ ਉੱਪਰ ਜਾਏਗਾ, ਠੀਕ ਹੈ। ਤਾਂ 2 ਪੋਸੀਬਿਲਿਟੀਜ਼ ਹੈ। ਕਦੋਂ? ਜਦੋਂ 4th ਇਲੈਕਟ੍ਰੋਨ ਆ ਗਿਆ D ਦੇ ਵਿੱਚ। ਫਾਰ D4 ਕੰਪਲੈਕਸ, ਉਹ ਕੰਪਲੈਕਸਿਸ ਜਿਨ੍ਹਾਂ ਕੋਲ D ਦੇ ਵਿੱਚ 4 ਇਲੈਕਟ੍ਰੋਨ ਹੈ, ਦੇਅਰ ਆਰ 2 ਪੋਸੀਬਿਲਿਟੀਜ਼ ਡਿਪੈਂਡਿੰਗ ਅਪੋਨ ਦ ਮੈਗਨੀਟਿਊਡ ਆਫ ਡੈਲਟਾ O, ਕਿ ਸਪਲਿਟਿੰਗ ਕਿੰਨੀ ਹੋ ਰਹੀ ਹੈ, ਉਹਦਾ ਮੈਗਨੀਟਿਊਡ ਕੀ ਹੈ, ਐਂਡ ਪੇਅਰਿੰਗ એનર્ਜੀ P। ਤਾਂ ਇਹ 2 ਫੈਕਟਰ ਹੈ ਬੇਟੇ, ਇਹ ਡਿਸਾਈਡ ਕਰਨਗੇ ਕਿ ਇਲੈਕਟ੍ਰੋਨ ਪੇਅਰ ਅਪ ਹੋਣਗੇ ਕਿ ਇਲੈਕਟ੍ਰੋਨ ਉੱਪਰ ਜਾਏਗਾ। ਮਤਲਬ ਕੀ ਹੈ, ਇਹ એનર્ਜੀ ਗੈਪ ਕਿੰਨਾ ਹੈ ਤੇ ਪੇਅਰਿੰਗ એનર્ਜੀ ਕਿੰਨੀ ਹੈ। ਇਹ 2 ਚੀਜ਼ਾਂ ਜਿਹੜੀਆਂ ਡਿਸਾਈਡ ਕਰਨਗੀਆਂ, ਕਿਉਂਕਿ 2 ਪੋਸੀਬਿਲਿਟੀਜ਼ ਹੈ, ਇਲੈਕਟ੍ਰੋਨ ਉੱਪਰ ਵੀ ਜਾ ਸਕਦਾ ਹੈ ਤੇ ਇਲੈਕਟ੍ਰੋਨ ਪੇਅਰ ਅਪ ਵੀ ਹੋ ਸਕਦਾ ਹੈ। ਹੁਣ ਇਹ ਪੋਸੀਬਿਲਿਟੀਜ਼ ਕੀ ਹੈ ਬੇਟੇ? ਇਫ ਡੈਲਟਾ O ਇਜ਼ ਗ੍ਰੇਟਰ ਦੈਨ P, ਇਹਦਾ ਮਤਲਬ ਸਪਲਿਟਿੰਗ ਜ਼ਿਆਦਾ ਹੋਵੇ। ਜੇ ਸਪਲਿਟਿੰਗ એનર્ਜੀ ਜ਼ਿਆਦਾ ਹੈ, ਠੀਕ ਹੈ, ਐਜ਼ ਕੰਪੇਅਰ ਟੂ ਪੇਅਰਿੰਗ એનર્ਜੀ, ਮਤਲਬ ਸਪਲਿਟਿੰਗ ਜ਼ਿਆਦਾ ਹੋ ਰਹੀ ਹੈ, ਦੂਰ ਚਲਾ ਗਿਆ, ਜਿਹੜੇ ਆਪਸ ਦੇ ਵਿੱਚ ਗੈਪ ਹੈ ਜਿਹੜੇ 2 ਆਰਬਿਟਲਸ ਦਾ, ਜੇ 2 ਲੈਵਲਸ ਦਾ ਕਹਿ ਲਓ, ਆਰਬਿਟਲਸ ਨਹੀਂ 2 ਲੈਵਲਸ ਦਾ ਜਿਹੜਾ ਗੈਪ ਹੈ ਉਹ ਜ਼ਿਆਦਾ ਹੈ, ਪੇਅਰਿੰਗ એનર્ਜੀ ਘੱਟ ਹੈ, ਉਦੋਂ ਕੀ ਹੋਏਗਾ ਬੇਟੇ? 4th ਇਲੈਕਟ੍ਰੋਨ ਹੈ ਜਿਹੜਾ, ਇਹ ਅੰਡਰਸਟੂਡ ਹੈ ਕਿ ਜੇ એનર્ਜੀ ਘੱਟ ਹੈ ਤਾਂ ਫਿਰ ਇਲੈਕਟ੍ਰੋਨ ਪੇਅਰ ਅਪ ਹੋ ਜਾਏਗਾ। ਦ 4th ਇਲੈਕਟ੍ਰੋਨ ਆਕੂਪਾਈ T2G ਆਰਬਿਟਲ ਵਿਦ ਕਨਫਿਗੂਰੇਸ਼ਨ ਕੀ ਬਣਾ ਲੇਗਾ? T2G4 EG0, ਮਤਲਬ 4ਥਾ ਇਲੈਕਟ੍ਰੋਨ ਵੀ ਨੀਚੇ ਵਾਲੇ ਲੈਵਲ 'ਚ ਹੀ ਚਲੇ ਜਾਏਗਾ, ਜਿਹਨੂੰ ਅਸੀਂ T2G ਕਹਿੰਦੇ ਹਾਂ, ਠੀਕ ਹੈ। 4th ਇਲੈਕਟ੍ਰੋਨ ਵੀ ਲੋਅਰ ਲੈਵਲ ਦੇ ਵਿੱਚ ਹੀ ਚਲਾ ਜਾਏਗਾ। ਕਿਉਂ? ਕਿਉਂਕਿ ਪੇਅਰਿੰਗ એનર્ਜੀ ਘੱਟ ਹੈ ਪਰ ਗੈਪ ਬਹੁਤ ਜ਼ਿਆਦਾ ਹੈ। ਇਹ ਇੰਨੀ એનર્ਜੀ ਨਹੀਂ ਹੈਗੀ ਉਹਦੇ ਕੋਲੇ ਕਿ ਉੱਪਰ ਜਾ ਸਕੇ, ਗੈਪ ਨੂੰ ਕਵਰ ਕਰ ਸਕੇ, ਠੀਕ ਹੈ। ਦ ਲਿਗੈਂਡਸ
ਵਿਚ ਕਾਜ਼ ਲਾਰਜ ਵੈਲਿਊ ਆਫ ਡੈਲਟਾ O, ਆਪਾਂ ਕਿਹਾ ਕਿ ਡੈਲਟਾ O ਦੀ ਵੈਲਿਊ ਜ਼ਿਆਦਾ ਹੈ, ਉਹ ਲੀਗੈਂਡ ਜਿਹੜਾ ਡੈਲਟਾ O ਦੀ ਵੈਲਿਊ ਨੂੰ ਵਧਾਏਗਾ, ਜਿਹੜਾ ਗੈਪ ਨੂੰ ਜ਼ਿਆਦਾ ਕਰੇਗਾ, ਉਹਨੂੰ ਕਹਿੰਦੇ ਆ ਅਸੀਂ ਸਟਰੋਂਗ ਫੀਲਡ ਲੀਗੈਂਡਸ। ਇਹ ਆਪਾਂ ਪਹਿਲਾਂ ਵੀ ਕਰ ਲਿਆ ਹੋਇਆ, ਠੀਕ ਹੈ। ਤਾਂ ਪਰ ਜਿਹੜਾ ਕੰਪਲੈਕਸ ਬਣਾਏਗਾ ਨਾ ਉਹਨੂੰ ਕਹਿੰਦੇ ਆ ਅਸੀਂ ਲੋ ਸਪਿਨ ਕੰਪਲੈਕਸਿਸ, ਠੀਕ ਹੈ। ਉਹਨਾਂ ਨੂੰ ਕਹਿੰਦੇ ਆ ਅਸੀਂ ਲੋ ਸਪਿਨ ਕੰਪਲੈਕਸਿਸ, ਕਿਉਂ? ਡਿਊ ਟੂ ਲੈਸਰ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ। ਹੁਣ ਜੇ ਤੁਹਾਨੂੰ ਯਾਦ ਹੋਵੇ ਬੇਟੇ, ਆਪਾਂ ਵੈਲੈਂਸ ਬੈਂਡ ਥਿਊਰੀ ਦੇ ਵਿੱਚ ਇਹ ਆਪਾਂ ਚੀਜ਼ ਕਹੀ ਸੀ ਕਿ ਜਿਹੜੇ ਲੀਗੈਂਡਸ ਹੈ, ਕੁਝ ਲੀਗੈਂਡਸ ਹੈ ਜਿਹੜੇ ਉਹ ਲੋ ਸਪਿਨ ਕੰਪਲੈਕਸਿਸ ਬਣਾਉਂਦੇ ਆ ਜਦੋਂ ਇਲੈਕਟ੍ਰੋਨ ਪੇਅਰ ਅਪ ਹੋਣ ਲੱਗ ਜਾਂਦੇ ਆ, ਪਰ ਆਪਾਂ ਨੂੰ ਇਹ ਨਹੀਂ ਪਤਾ ਸੀ ਵੀ ਕਿਉਂ ਪੇਅਰ ਅਪ ਹੁੰਦੇ ਆ। ਹੁਣ ਸਾਨੂੰ ਕਲੀਅਰ ਹੋ ਗਈ, ਕ੍ਰਿਸਟਲ ਫੀਲਡ ਥਿਊਰੀ ਨੇ ਇਹ ਚੀਜ਼ ਕਲੀਅਰ ਕੀਤੀ ਹੈ ਕਿ ਪੇਅਰ ਅਪ ਕਿਉਂ ਹੋਏ ਹੈ। ਕਿਉਂਕਿ ਜਿਹੜੇ ਡੀ ਆਰਬਿਟਲਸ ਹੈ ਉਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਗਏ। ਇਹ ਵੈਲੈਂਸ ਬੌਂਡ ਥਿਊਰੀ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਸੀ, ਠੀਕ ਹੈ। ਇਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਗਏ, ਡਿਵਾਈਡ ਹੋਣ ਕਰਕੇ ਦੋਨਾਂ ਦਾ ਗੈਪ ਜੇ ਜ਼ਿਆਦਾ ਹੋਏਗਾ ਤਾਂ ਇਲੈਕਟ੍ਰੋਨ ਉਸ ਗੈਪ ਨੂੰ ਕਵਰ ਅਪ ਨਹੀਂ ਕਰ ਪਾਉਂਦਾ। ਪਰ ਉਹ ਕਦੋਂ ਹੋਏਗਾ? ਉਹ ਗੈਪ ਜ਼ਿਆਦਾ ਕੌਣ ਵਧਾਉਣਗੇ ਬੇਟੇ? ਸਟਰੋਂਗ ਫੀਲਡ ਲੀਗੈਂਡਸ। ਤਾਂ ਜਦੋਂ ਸਟਰੋਂਗ ਫੀਲਡ ਲੀਗੈਂਡ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੇ ਕੰਪਲੈਕਸ ਬਣਨਗੇ ਉਹ ਹਮੇਸ਼ਾ ਲੋ ਸਪਿਨ ਕੰਪਲੈਕਸਿਸ ਹੁੰਦੇ ਆ, ਮਤਲਬ ਕਿ ਉਹਨਾਂ ਦੇ ਵਿੱਚ ਅਨਪੇਅਰਡ ਇਲੈਕਟ੍ਰੋਨ ਦਾ ਨੰਬਰ ਘੱਟ ਹੋਏਗਾ ਜਾਂ ਹੋਏਗਾ ਹੀ ਨਹੀਂ। ਜਿਵੇਂ ਹੁਣ ਚੌਥਾ ਇਲੈਕਟ੍ਰੋਨ ਗਿਆ ਤਾਂ ਉਹਨੇ ਕੀ ਕੀਤਾ ਬੇਟੇ? ਅਨਪੇਅਰਡ ਇਲੈਕਟ੍ਰੋਨ ਦਾ ਨੰਬਰ ਘਟਾਤਾ, ਕਿਉਂਕਿ ਪੇਅਰ ਅਪ ਕਰਤੇ ਇਲੈਕਟ੍ਰੋਨ। ਤਾਂ ਉਹਨਾਂ ਸੀ ਲੋ ਸਪਿਨ ਕੰਪਲੈਕਸਿਸ। ਤਾਂ ਯਾਦ ਕੀ ਰੱਖਣਾ ਆਪਾਂ ਕਿ ਸਟਰੋਂਗ ਫੀਲਡ ਲੀਗੈਂਡਸ ਹਮੇਸ਼ਾ ਲੋ ਸਪਿਨ ਕੰਪਲੈਕਸਿਸ ਬਣਾਉਂਦੇ ਆ, ਠੀਕ ਹੈ। ਇਫ ਡੈਲਟਾ O ਇਜ਼ ਲੈਸ ਦੈਨ P, ਹੁਣ ਡੈਲਟਾ O ਮਤਲਬ ਕੀ ਹੈ? ਉਹ ਫੀਲਡ ਹੈ ਜਿਹੜਾ ਇਲੈਕਟ੍ਰੀਕਲ ਫੀਲਡ ਉਹਨਾਂ ਨੇ ਪ੍ਰੋਡਿਊਸ ਕੀਤਾ ਲੀਗੈਂਡ ਨੇ, ਉਹ ਜ਼ਿਆਦਾ ਗੈਪ ਨਹੀਂ ਬਣਾ ਸਕਿਆ, ਉਹਦਾ ਗੈਪ ਘੱਟ ਰਹਿ ਗਿਆ, ਠੀਕ ਹੈ। ਤਾਂ ਪੇਅਰਿੰਗ એનર્ਜੀ ਜ਼ਿਆਦਾ ਹੈ, ਤਾਂ ਫਿਰ ਕੀ ਹੋਏਗਾ? ਇਲੈਕਟ੍ਰੋਨ ਪੇਅਰ ਅਪ ਨਹੀਂ ਹੋਏਗਾ, ਇਲੈਕਟ੍ਰੋਨ ਉੱਪਰ ਚਲੇ ਜਾਏਗਾ। ਮਤਲਬ ਇੰਨੀ એનર્ਜੀ ਉਹਦੇ ਕੋਲੇ ਹੈਗੀ ਹੈ ਕਿ ਉੱਪਰ ਜਾ ਸਕਦਾ ਹੈ, ਪਰ ਪੇਅਰ ਅਪ ਨਹੀਂ ਹੋ ਸਕਦਾ। ਇਫ ਡੈਲਟਾ O ਇਜ਼ ਲੈਸ ਦੈਨ P, the fourth electron occupy Eg orbital with configuration T2g3 ਬਣ ਗਿਆ ਤੇ Eg1 ਬਣ ਗਿਆ। ਇਹ ਕਨਫਿਗਰੇਸ਼ਨ ਹੋ ਗਈ। ਹੁਣ ਆਪਾਂ DXY DYZ ਇਹ ਨਹੀਂ ਨਾ ਲਿਖਾਂਗੇ, ਹੁਣ ਆਪਾਂ T2g ਕਹਿੰਦੇ ਅਸੀਂ XYYZ ਤੇ ZX ਨੂੰ T2g ਕਹਿੰਦਾ ਤੇ ਉੱਪਰ ਵਾਲਿਆਂ ਨੂੰ Eg ਕਹਿਣਾ। ਤਾਂ ਆਪਾਂ ਕਨਫਿਗਰੇਸ਼ਨ ਵੀ ਐਵੇਂ ਲਿਖਾਂਗੇ, T2g3 ਆ ਗਿਆ, Eg1 ਆ ਗਿਆ। ਉੱਪਰ ਕੀ ਕਿਹਾ ਸੀ? ਸਟਰੋਂਗ ਫੀਲਡਸ ਕੀ ਗਿਆ ਸੀ? ਇੱਥੇ ਹੀ T2g4 ਹੋ ਗਿਆ ਸੀ, Eg ਦੇ ਵਿੱਚ ਇਲੈਕਟ੍ਰੋਨ ਨਹੀਂ ਗਿਆ ਸੀ ਕਿਉਂਕਿ એનર્ਜੀ ਦਾ ਗੈਪ ਜ਼ਿਆਦਾ ਸੀ। The ligands which cause small value of delta O are called weak field ligands, ਜਿਨ੍ਹਾਂ ਦੇ ਵਿੱਚ ਡੈਲਟਾ O ਦੀ ਵੈਲਿਊ ਘੱਟ ਹੁੰਦੀ ਹੈ, ਉਹ ਸਪਲਿਟਿੰਗ ਜ਼ਿਆਦਾ ਨਹੀਂ ਕਰ ਸਕਦੇ ਬੇਟੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵੀਕ ਫੀਲਡ ਲੀਗੈਂਡਸ। ਪਰ ਜਿਹੜੇ ਉਹ ਕੰਪਲੈਕਸਿਸ ਬਣਾਉਣਗੇ ਨਾ ਬੇਟੇ, ਉਹਨਾਂ ਨੂੰ ਕਹਿੰਦੇ ਹਾਂ ਅਸੀਂ ਹਾਈ ਸਪਿਨ ਕੰਪਲੈਕਸਿਸ ਐਂਡ ਫਾਰਮ ਹਾਈ ਸਪਿਨ ਕੰਪਲੈਕਸਿਸ। ਕਿਉਂਕਿ ਉਹਨਾਂ ਦੇ ਵਿੱਚ ਅਨਪੇਅਰਡ ਇਲੈਕਟ੍ਰੋਨ ਦੀ ਜਿਹੜੀ ਗਿਣਤੀ ਹੈ ਉਹ ਕੀ ਹੋਏਗੀ? ਜ਼ਿਆਦਾ ਹੋਏਗੀ, ਡਿਊ ਟੂ ਲਾਰਜ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ। ਹੁਣ ਜਦੋਂ ਇਲੈਕਟ੍ਰੋਨ ਉੱਪਰ ਗਿਆ ਤਾਂ ਕੀ ਹੋ ਗਿਆ? ਅਨਪੇਅਰਡ ਇਲੈਕਟ੍ਰੋਨ ਵੱਧ ਗਏ, 4 ਹੋ ਗਏ। ਪਹਿਲਾਂ ਕੀ ਸੀ? 2 ਰਹਿ ਗਏ ਸੀ। ਹੁਣ ਆਪਾਂ ਇਹ ਦਿਖਾਇਆ ਹੋਇਆ ਕਿ ਦੋਨਾਂ ਦੇ ਵਿੱਚ ਸਟਰੋਂਗ ਫੀਲਡ ਤੇ ਵੀਕ ਫੀਲਡ ਦੇ ਵਿੱਚ ਕਿਵੇਂ ਹੋਏਗਾ। ਜੇ ਤਾਂ ਵੀਕ ਫੀਲਡ ਲੀਗੈਂਡ ਹੈ ਬੇਟੇ, ਵੀਕ ਫੀਲਡ ਆਫ ਲੀਗੈਂਡ, ਤਾਂ ਕੀ ਬਣੇਗਾ? ਹਾਈ ਸਪਿਨ ਕੰਪਲੈਕਸ ਬਣੇਗਾ, ਅਨਪੇਅਰਡ ਇਲੈਕਟ੍ਰੋਨ ਜ਼ਿਆਦਾ ਹੋਣਗੇ। ਕਿਉਂਕਿ ਇਹ ਗੈਪ ਘੱਟ ਹੈ, ਇਲੈਕਟ੍ਰੋਨ ਉੱਪਰ ਜਾ ਸਕਦਾ ਆਸਾਨੀ ਨਾਲ, ਪਰ ਪੇਅਰ ਅਪ ਹੋਣ ਲਈ એનર્ਜੀ ਉਹਨੂੰ ਜ਼ਿਆਦਾ ਚਾਹੀਦੀ ਹੈ, ਠੀਕ ਹੈ। ਤਾਂ ਇਹ ਵੀਕ ਫੀਲਡ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਗੈਪ ਘੱਟ ਹੋਏਗਾ ਤਾਂ ਇਹ ਹਾਈ ਸਪਿਨ ਕੰਪਲੈਕਸ ਬਣਾਏਗਾ। ਪਰ ਜੇ ਇਹ ਗੈਪ ਜ਼ਿਆਦਾ ਹੈ ਬੇਟੇ, ਇਹ ਕਦੋਂ ਹੋਏਗਾ? ਸਟਰੋਂਗ ਫੀਲਡ ਲੀਗੈਂਡ ਦੀ ਪ੍ਰੈਜ਼ੈਂਸ ਦੇ ਵਿੱਚ, ਠੀਕ ਹੈ। ਸਟਰੋਂਗ ਫੀਲਡ ਆਫ ਲੀਗੈਂਡਸ ਲੋ ਸਪਿਨ ਕੰਪਲੈਕਸ ਬਣਾਏਗਾ ਕਿਉਂਕਿ ਉੱਪਰ ਨਹੀਂ ਜਾ ਸਕਦਾ, ਇੰਨੀ એનર્ਜੀ ਨਹੀਂ ਕਿ ਜੰਪ ਕਰਕੇ ਉੱਪਰ ਜਾ ਸਕੇ, ਤਾਂ ਇਲੈਕਟ੍ਰੋਨ ਪੇਅਰ ਅਪ ਹੋ ਜਾਂਦਾ ਹੈ। ਤਾਂ ਇਹਦਾ ਮਤਲਬ ਆਪਾਂ ਕੀ ਕਿਹਾ ਸੀ? ਜਿਹੜੀ ਵੈਲੈਂਸ ਬੌਂਡ ਥਿਊਰੀ ਦੇ ਵਿੱਚ ਆਪਾਂ ਇਹੀ ਗੱਲ ਕਰ ਰਹੇ ਸੀ ਨਾ ਕਿ ਇਲੈਕਟ੍ਰੋਨ ਪੇਅਰ ਅਪ ਹੋ ਜਾਂਦੇ ਆ, ਪੇਅਰ ਅਪ ਹੋ ਜਾਂਦੇ ਆ, ਇਸ ਕਰਕੇ ਜਿਹੜੀ ਉਹਦੀ ਨੇਚਰ ਹੈ ਚੇਂਜ ਹੋ ਜਾਂਦੀ ਹੈ। ਆਪਾਂ ਕਿਹਾ ਸੀ ਡਾਇਆਮੈਗਨੈਟਿਕ ਹੈ, ਪੈਰਾਮੈਗਨੈਟਿਕ ਹੈ, ਜਾਂ ਵੀਕਲੀ ਪੈਰਾਮੈਗਨੈਟਿਕ ਹੈ, ਜਾਂ ਸਟਰੋਂਗਲੀ ਪੈਰਾਮੈਗਨੈਟਿਕ ਹੈ। ਕਿਉਂ ਹੈ? ਹੁਣ ਸਾਨੂੰ ਚੀਜ਼ ਦੀ ਕਲੀਅਰ ਹੁੰਦੀ ਹੈ ਕਿ ਇਹ ਕੌਣ ਕਰਦਾ ਬੇਟੇ? ਇਲੈਕਟ੍ਰੋਨ ਨੂੰ ਫੋਰਸ ਕੌਣ ਕਰਦਾ ਪੇਅਰ ਅਪ ਹੋਣ ਲਈ? ਲੀਗੈਂਡ। ਜੇ ਉਹ ਸਟਰੋਂਗ ਫੀਲਡ ਹੈ ਤਾਂ ਆਪੇ ਹੀ ਪੇਅਰ ਅਪ ਹੋਣਗੇ ਕਿਉਂਕਿ ਇਹ ਗੈਪ ਬਹੁਤ ਜ਼ਿਆਦਾ ਹੋਏਗਾ, ਉਹਨੂੰ ਇਲੈਕਟ੍ਰੋਨ ਕਵਰ ਅਪ ਨਹੀਂ ਕਰ ਪਾਉਂਦਾ। ਪਰ ਜੇ ਵੀਕ ਫੀਲਡ ਲੀਗੈਂਡ ਹੋਏਗਾ ਤਾਂ ਇਲੈਕਟ੍ਰੋਨ ਪੇਅਰ ਅਪ ਨਹੀਂ ਹੋਏਗਾ, ਠੀਕ ਹੈ। ਹੁਣ ਸਾਨੂੰ ਸਮਝ ਆਈ ਹੈ। ਜੇ ਆਪਾਂ ਐਗਜ਼ਾਮਪਲ ਕਰੀਏ ਬੇਟੇ, ਇਹਦੇ ਵਿੱਚ ਐਗਜ਼ਾਮਪਲ ਲੈਂਦੇ ਆਪਾਂ FeH2O6। ਹੁਣ H2O ਕੀ ਹੈ ਬੇਟੇ? ਵੀਕ ਫੀਲਡ ਲੀਗੈਂਡ ਹੈ, ਵੀਕ ਫੀਲਡ ਲੀਗੈਂਡ ਹੈ। ਇਹ ਕੀ ਕਰੇਗਾ? ਇਹ ਹਾਈ ਸਪਿਨ ਕੰਪਲੈਕਸ ਬਣਾਏਗਾ। ਤਾਂ Fe ਦੇ ਵਿੱਚ ਸਾਨੂੰ ਪਤਾ ਹੈ ਕਿੰਨੇ ਇਲੈਕਟ੍ਰੋਨ ਹੁੰਦੇ ਆ ਬੇਟੇ? 6 ਹੁੰਦੇ ਆ।
ਡੀ ਦੇ ਵਿੱਚ ਤੇ 4s ਦੇ ਵਿੱਚ 2 ਇਲੈਕਟ੍ਰੋਨਸ ਹੁੰਦੇ ਆ। ਪਰ ਇੱਥੇ ਜਿਹੜੀ ਇਹਦੀ ਆਕਸੀਡੇਸ਼ਨ ਸਟੇਟ ਹੈ ਉਹ 3 ਪੋਜ਼ਿਟਿਵ ਹੈ, ਕਿਉਂਕਿ ਇਹਦੇ ਉੱਤੇ ਤਾਂ ਕੋਈ ਚਾਰਜ ਹੀ ਨਹੀਂ, ਜੋ ਚਾਰਜ ਹੈ ਉਹ Fe ਦਾ। ਤਾਂ 3 ਇਲੈਕਟ੍ਰੋਨ ਕੱਢਾਂਗੇ ਅਸੀਂ, ਕਿੱਥੋਂ ਜਾਵਾਂਗੇ, ਕਿੱਥੋਂ ਜਾਣਗੇ, 2s ਚੋਂ ਜਾਣਗੇ ਤੇ 1 ਡੀ ਚੋਂ ਜਾਏਗਾ। ਤਾਂ ਡੀ ਚ ਕਿੰਨੇ ਰਹਿ ਗਏ ਬੇਟੇ, 5 ਇਲੈਕਟ੍ਰੋਨ। ਤਾਂ 5 ਦੇ 5 ਇਲੈਕਟ੍ਰੋਨ ਕੀ ਹੈ, ਪਹਿਲਾਂ 3 ਇੱਥੇ ਜਾਣਗੇ, ਕਿਉਂਕਿ ਇਹ ਗੈਪ ਘੱਟ ਹੈ ਤਾਂ 2 ਇਲੈਕਟ੍ਰੋਨ ਉੱਪਰ ਚਲੇ ਜਾਣਗੇ। ਤਾਂ ਸਾਰੇ ਇਲੈਕਟ੍ਰੋਨ ਕੀ ਹੋ ਗਏ ਇਹਦਾ ਮਤਲਬ ਕੀ ਹੈ ਇਹ ਬੇਟੇ, ਇਹ ਹਾਈਲੀ ਪੈਰਾਮੈਗਨੈਟਿਕ ਹੈ, ਇਹ ਸਟਰੋਂਗਲੀ ਪੈਰਾਮੈਗਨੈਟਿਕ ਨੇਚਰ ਦਾ ਹੈ। ਠੀਕ ਹੈ, ਹਾਈ ਸਪਿਨ ਕੰਪਲੈਕਸ ਬਣਾਇਆ ਇਹਨੇ ਵੀਕ ਫੀਲਡ ਲਿਗੈਂਡ ਵਾਟਰ ਦੇ ਨਾਲ। ਹੁਣ ਆਪਾਂ ਦੂਸਰਾ ਲੈ ਲਿਆ ਬੇਟੇ FeCN6 ਦੇ ਨਾਲ, ਸੇਮ ਕੰਪਾਊਂਡ ਹੈ, ਦੇਖੋ ਤੁਸੀਂ ਸਿਰਫ ਲਿਗੈਂਡ ਚੇਂਜ ਕੀਤਾ ਹੈ ਆਪਾਂ। ਹੁਣ ਇੱਥੇ ਵੀ ਇਹਦੀ ਆਕਸੀਡੇਸ਼ਨ ਸਟੇਟ 3 ਹੋਈ ਹੈ, ਤਾਂ 5 ਹੀ ਇਲੈਕਟ੍ਰੋਨ ਹੋਣਾ Fe ਕੋਲ, ਤੇ ਪੰਜੋ ਇਲੈਕਟ੍ਰੋਨ ਪਹਿਲਾਂ ਇੱਕ ਇਲੈਕਟ੍ਰੋਨ ਜਾਏਗਾ, ਫਿਰ ਇਲੈਕਟ੍ਰੋਨ ਪੇਅਰ ਅਪ ਹੋਣ ਲੱਗੇ, ਇੱਥੇ ਵੀ ਗਿਆ ਇੱਥੇ ਵੀ ਗਿਆ। ਜਦੋਂ ਆਪਾਂ ਵੈਲੈਂਸ ਬੌਂਡ ਥਿਊਰੀ ਕੀਤੀ ਉਹ ਤੋਂ ਆਪਾਂ ਕਿਹਾ ਸੀ ਕਿ ਵੀਕ ਫੀਲਡ, ਇਹ ਸਟਰੋਂਗ ਫੀਲਡ ਜਾਂ ਵੀਕ ਫੀਲਡ ਨਹੀਂ ਆਪਾਂ ਕਿਹਾ ਸੀ, ਉੱਤੇ ਆਪਾਂ ਕੀ ਕਿਹਾ ਸੀ ਕਿ ਇਹਦੀ ਨੇਚਰ ਪੈਰਾਮੈਗਨੈਟਿਕ ਹੈ ਡਿਊ ਟੂ 1 ਅਨਪੇਅਰਡ ਇਲੈਕਟ੍ਰੋਨ। ਇਹਦੇ ਵਿੱਚ ਆਪਾਂ ਕਿਹਾ ਸੀ ਪੈਰਾਮੈਗਨੈਟਿਕ ਡਿਊ ਟੂ 5 ਇਲੈਕਟ੍ਰੋਨ ਅਨਪੇਅਰਡ ਹੈ। ਤਾਂ ਹੁਣ ਸਾਨੂੰ ਸਮਝ ਆਈ ਹੈ ਕਿ ਕਿਉਂ, ਇਹਦਾ ਰੀਜ਼ਨ ਕੀ ਹੈ, ਕਿ ਇੱਥੇ 5 ਕਿਉਂ ਹੈ ਤੇ ਇੱਥੇ 1 ਕਿਉਂ ਹੈ। ਇਹ ਲੋ ਸਪਿਨ ਕੰਪਲੈਕਸ ਬਣਾਏਗਾ, ਇਹ ਸਟਰੋਂਗ ਫੀਲਡ ਲਿਗੈਂਡ ਹੈ। ਤਾਂ ਲਿਗੈਂਡ ਡਿਸਾਈਡ ਕਰੇਗਾ ਕਿ ਇਲੈਕਟ੍ਰੋਨ ਪੇਅਰ ਅਪ ਹੋਣਗੇ ਜਾਂ ਨਹੀਂ ਹੋਣਗੇ। ਠੀਕ ਹੈ, ਇਹ ਆ ਗਿਆ ਤੁਹਾਡੇ ਕੋਲੇ ਜਿਹੜੇ ਆਪਾਂ ਕੀਤੇ ਕੰਪਲੈਕਸਿਸ, ਜਿਹੜੇ ਆਪਾਂ ਲਏ ਹੈ ਆਕਟਾਹੈਡਰਲ ਕੰਪਲੈਕਸਿਸ। ਹੁਣ ਆਪਾਂ ਕਰਦੇ ਹਾਂ ਬੇਟੇ ਟੈਟਰਾਹੈਡਰਲ ਕੰਪਲੈਕਸਿਸ ਦੇ ਵਿੱਚ ਸਪਲਿਟਿੰਗ ਕਿਵੇਂ ਹੋਏਗੀ। ਟੈਟਰਾਹੈਡਰਲ ਕੰਪਲੈਕਸਿਸ ਦੇ ਵਿੱਚ ਕ੍ਰਿਸਟਲ ਵੀਲ ਸਪਲਿਟਿੰਗ ਐਂਡ ਟੈਟਰਾ, ਇਹ ਤੁਹਾਨੂੰ ਬਹੁਤੀ ਡਿਟੇਲ ਹੈ ਨਹੀਂ ਆਪਾਂ ਨੂੰ। ਹੁਣ ਇਹਦੇ ਵਿੱਚ ਜਿਹੜੀ ਬੜੀ ਟੈਟਰਾਹੈਡਰਲ ਕੰਪਲੈਕਸਿਸ ਦੀ ਜਿਹੜੀ ਸਪਲਿਟਿੰਗ ਹੈ ਨਾ ਉਹ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਆਕਟਾਹੈਡਰਲ ਕੰਪਲੈਕਸਿਸ। ਹੁਣ ਇਹ ਕੀ ਬਣਾਉਂਦੇ ਆ ਟੈਟਰਾਹੈਡਰਲ ਕੰਪਲੈਕਸਿਸ, ਕੀ ਬਣਾਉਂਦੇ ਆ, ਇਨ ਟੈਟਰਾਹੈਡਰਲ ਕੋਆਰਡੀਨੇਸ਼ਨ ਐਂਡ ਟਾਈਟੀ ਫਾਰਮੇਸ਼ਨ ਦ ਡੀ ਆਰਬਿਟਲ ਸਪਲਿਟਿੰਗ ਇਜ਼ ਇਨਵਰਟਡ। ਡੀ ਆਰਬਿਟਲ ਸਪਲਿਟਿੰਗ ਇਨਵਰਟ ਹੋ ਜਾਂਦੀ ਹੈ, ਮਤਲਬ ਜਿੱਥੇ ਪਹਿਲਾਂ 3 ਸੀ ਉੱਥੇ 2 ਆ ਜਾਣਗੇ, ਜਿੱਥੇ 2 ਸੀ ਉੱਥੇ 3 ਆ ਜਾਣਗੇ, ਆਰਬਿਟਲ ਉਲਟ ਹੋ ਜਾਂਦੇ ਹੈ। ਐਂਡ ਇਜ਼ ਸਮਾਲਰ ਐਜ਼ ਕੰਪੇਅਰ ਟੂ ਦ ਟੈਟਰਾਹੈਡਰਲ ਸਪਲਿਟਿੰਗ। ਟੈਟਰਾਹੈਡਰਲ ਸਪਲਿਟਿੰਗ ਦੇ ਕੰਪੈਰੇਟਿਵਲੀ ਇਹਦੀ ਸਪਲਿਟਿੰਗ ਹੈ ਜਿਹੜੀ ਉਹ ਵੀ ਘੱਟ ਹੁੰਦੀ ਹੈ। ਠੀਕ ਹੈ, ਬਿਕੋਜ਼ ਨਨ ਆਫ ਦ ਆਰਬਿਟਲ ਇਜ਼ ਪੁਆਇੰਟਿੰਗ ਡਾਇਰੈਕਟਲੀ ਟੂਵਰਡਸ ਦ ਲਿਗੈਂਡ। ਲਿਗੈਂਡ ਦੇ ਵੱਲ ਕੋਈ ਵੀ ਜਿਹੜੀ ਹੈਗੀ ਹੈ ਜਿਹੜਾ ਆਰਬਿਟਲ ਹੈ ਉਹ ਡਾਇਰੈਕਟਲੀ ਪੁਆਇੰਟਡ ਨਹੀਂ ਹੈਗਾ। ਠੀਕ ਹੈ, ਉਹਦੇ ਵੱਲ ਡਾਇਰੈਕਟਲੀ ਪੁਆਇੰਟ ਨਹੀਂ ਕਰ ਰਿਹਾ ਕੋਈ ਵੀ, ਇਸ ਕਰਕੇ ਸਪਲਿਟਿੰਗ ਜ਼ਿਆਦਾ ਨਹੀਂ ਹੋਏਗੀ। ਠੀਕ ਹੈ, ਤਾਂ ਹੁਣ ਆਪਾਂ ਇਹਦੀ ਸਪਲਿਟਿੰਗ ਦਿਖਾਉਂਦੇ ਆ। ਇਹ ਡੀ ਆਰਬਿਟਲ ਜਦੋਂ ਮੈਟਲ ਆਇਨ ਫ੍ਰੀ ਹੈ, ਜਦੋਂ ਲਿਗੈਂਡ ਅਪਰੋਚ ਕੀਤੇ ਤਾਂ ਲੈਵਲ ਵੱਧ ਗਿਆ, ਪਰ ਕਿਉਂਕਿ ਡਿਫਰੈਂਟ ਹੋਣ ਕਰਕੇ ਇਹ ਲੈਵਲ ਅਲੱਗ-ਅਲੱਗ ਹੋ ਜਾਣਗੇ। 3 ਆਰਬਿਟਲ ਉੱਪਰ ਚਲੇ ਗਏ, 2 ਆਰਬਿਟਲ ਨੀਚੇ ਆ ਗਏ। ਇਹਨੂੰ ਅਸੀਂ T2 ਕਹਿੰਦੇ ਆ, ਇਹਨੂੰ E ਕਹਿੰਦੇ ਆ। ਹੁਣ ਇੱਥੇ G ਨਹੀਂ ਲਗਾਉਂਦੇ ਅਸੀਂ। ਠੀਕ ਹੈ, G ਨਹੀਂ ਇੱਥੇ ਲਗਾਇਆ ਜਾਂਦਾ, ਇਹਦੇ ਵਿੱਚ ਅਸੀਂ G ਲਗਾਉਂਦੇ ਨਹੀਂ ਸਬਸਕ੍ਰਿਪਟ, ਕਿਉਂਕਿ ਜਿਹੜੇ ਬਟੇ ਆਕਟਾਹੈਡਰਲ ਤੇ ਜਿਹੜੇ ਸਕੁਅਰ ਪਲੈਨਰ ਕੰਪਲੈਕਸਿਸ ਹੈ ਨਾ, ਕਿਉਂਕਿ ਉਹਨਾਂ ਦੇ ਕੋਲ ਸੈਂਟਰ ਆਫ ਸਿਮਟਰੀ ਹੁੰਦਾ ਹੈ, ਉਹਨਾਂ ਦੇ ਵਿੱਚ ਤਾਂ ਅਸੀਂ G ਲਗਾਉਂਦੇ ਆ। ਇਹ ਵੀ ਤੁਹਾਡੇ ਕਈ ਬੁੱਕਸ ਦੇ ਵਿੱਚ ਲਗਾਇਆ ਵੀ ਹੁੰਦਾ ਹੈ। ਠੀਕ ਹੈ, ਇਹ ਤੁਹਾਨੂੰ ਡਿਟੇਲ ਨਹੀਂ ਹੈਗੀਆਂ ਬੇਟੇ, ਸਿਰਫ ਤੁਸੀਂ ਬਸ ਯਾਦ ਰੱਖੋ ਕਿ ਇਹਦੇ ਵਿੱਚ ਨਹੀਂ ਲਗਾਇਆ ਜਾਂਦਾ। ਟੈਟਰਾਹੈਡਰਲ ਕੰਪਲੈਕਸਿਸ ਨੂੰ ਅਸੀਂ ਸਿਰਫ T2 ਕਹਿੰਦੇ ਆ ਤੇ ਇਹਨੂੰ E ਕਹਿੰਦੇ ਆ। ਪਰ ਜਿਹੜੇ ਟੈਟਰਾਹੈਡਰਲ ਕੰਪਲੈਕਸਿਸ ਹੁੰਦੇ ਆ ਨਾ, ਇਹਨਾਂ ਦੇ ਵਿੱਚ ਸਿਮਟਰੀ ਨਹੀਂ ਹੁੰਦੀ। ਟੈਟਰਾਹੈਡਰਲ ਕੰਪਲੈਕਸਿਸ ਹੈ, ਇੱਕ ਟੈਟਰਾਹੈਡਰਲ ਸਕੁਅਰ ਪਲੈਨਰ ਦੇ ਵਿੱਚ ਤੇ ਆਕਟਾਹੈਡਰਲ ਦੇ ਵਿੱਚ ਸਿਮਟਰੀ ਹੈਗੀ ਹੈ, ਟੈਟਰਾਹੈਡਰਲ ਦੇ ਵਿੱਚ ਨਹੀਂ ਹੈ, ਕਿਉਂਕਿ ਸਕੁਅਰ ਪਲੈਨਰ ਦੀ ਜਿਹੜੀ ਕੰਪਲੈਕਸ ਬਹੁਤ ਹੈ, ਇਹਦੀ ਜਿਹੜੀ ਸਪਲਿਟਿੰਗ ਹੈ ਉਹ ਤੁਹਾਡੇ ਸਿਲੇਬਸ 'ਚ ਹੈ ਹੀ ਨਹੀਂ। ਸਿਰਫ ਟੈਟਰਾਹੈਡਰਲ ਦੀ ਹੈ ਕਿ ਸਪਲਿਟਿੰਗ ਕਿਵੇਂ ਹੁੰਦੀ ਹੈ, ਉਹ ਵੀ ਆਕਟਾਹੈਡਰਲ ਨਾਲ ਉਲਟ ਜਾਂਦੀ ਹੈ ਤੇ ਘੱਟ ਵੀ ਹੁੰਦੀ ਹੈ। ਇਹਨੂੰ ਅਸੀਂ T2 ਕਹਤਾ, ਇਹਨੂੰ ਕਹਿਣਾ 3 ਆਰਬਿਟਲਸ ਨੂੰ ਹੀ T ਹੈ ਬੇਟੇ। ਇਹ T2 ਹੋ ਗਿਆ, ਇਹ E ਹੋ ਗਿਆ। ਪਹਿਲਾਂ E ਉੱਪਰ ਸੀ, T2 G ਥੱਲੇ ਸੀਗੇ। ਕਲੀਅਰ, ਇਹ ਆਪਾਂ ਸਪਲਿਟਿੰਗ ਦਿਖਾਤੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਹੈ। ਡੀ ਆਰਬਿਟਲ ਸਪਲਿਟਿੰਗ ਇਨ ਟੈਟਰਾਹੈਡਰਲ ਕ੍ਰਿਸਟਲ ਫੀਲਡ ਜਿਹੜੀ ਆਪਾਂ ਸ਼ੋ ਕੀਤੀ ਹੈ ਫॉर द ਸੇਮ ਮੈਟਲ ਐਂਡ ਦ ਸੇਮ ਲਿਗੈਂਡ। ਜੇ ਸੇਮ ਐਟਮ ਹੋਵੇ, ਮੈਟਲ ਹੋਵੇ ਸੌਰੀ, ਤੇ ਸੇਮ ਲਿਗੈਂਡਸ ਹੋਣ, ਤਾਂ ਜੇ ਆਪਾਂ ਆਕਟਾਹੈਡਰਲ ਸਪਲਿਟਿੰਗ ਤੇ ਟੈਟਰਾਹੈਡਰਲ ਸਪਲਿਟਿੰਗ ਨੂੰ ਕੰਪੇਅਰ ਕਰਨਾ ਹੋਵੇ ਬੇਟੇ, ਲਿਗੈਂਡ ਵੀ ਉਹੀ ਹੋਵੇ ਤੇ ਮੈਟਲ ਐਟਮ ਵੀ ਉਹੀ ਹੋਵੇ, ਤਾਂ ਉਦੋਂ ਆਪਾਂ ਦੋਨਾਂ ਨੂੰ ਆਪਸ ਦੇ ਵਿੱਚ ਕਿਵੇਂ ਰਿਲੇਟ ਕਰਦੇ ਹਾਂ ਬੇਟੇ, ਉਹ ਹੈਗਾ ਡੈਲਟਾ T ਇਜ਼ ਇਕੁਅਲ ਟੂ 4/9 ਡੈਲਟਾ O। ਇਹ ਰਿਲੇਸ਼ਨ ਹੈ ਆਪਸ ਦੇ ਵਿੱਚ।
ਟੈਟਰਾਹੈਡਰਲ ਦੇ ਵਿੱਚ ਸਪਲਿਟਿੰਗ ਹੈ ਜਿਹੜੀ ਤੇ ਆਕਟਾਹੈਡਰਲ ਸਪਲਿਟਿੰਗ ਹੈ, ਇਹ ਜ਼ਿਆਦਾ ਹੁੰਦੀ ਹੈ, ਇਹ ਘੱਟ ਹੁੰਦੀ ਹੈ। ਇਹ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਰਿਲੇਸ਼ਨ ਹੈ। ਡੈਲਟਾ ਟੀ ਇਜ਼ ਇਕੁਅਲ ਟੂ 4/9 ਡੈਲਟਾ O। The orbital splitting energies are not sufficiently large for forcing pairing of electrons। मतलब कि ਇਹ ਗੈਪ ਹੈ ਜਿਹੜਾ એનર્ਜੀ ਦਾ ਬੇਟੇ ਇੰਨਾ ਹੁੰਦਾ ਹੀ ਨਹੀਂ ਟੈਟਰਾਹੈਡਰਲ ਕੰਪਲੈਕਸਿਸ ਦੇ ਵਿੱਚ ਕਿ ਇਲੈਕਟ੍ਰੋਨ ਉੱਪਰ ਨਾ ਜਾ ਸਕੇ, ਕਿ ਇਲੈਕਟ੍ਰੋਨ ਨੂੰ ਪੇਅਰ ਅਪ ਹੋਣ ਲਈ ਉਹ ਫੋਰਸ ਕਰੇ। ਇਸ ਕਰਕੇ ਇਹਦੇ ਵਿੱਚ ਜਿਹੜੇ ਕੰਪਾਊਂਡ ਆਮ ਤੌਰ ਤੇ ਬਣਨਗੇ ਨਾ, ਉਹਨਾਂ ਦੇ ਵਿੱਚ ਜਿਹੜੀ ਕਨਫੀਗੂਰੇਸ਼ਨ ਹੁੰਦੀ ਹੈ ਉਹ ਤੁਹਾਡੇ ਕੋਲੇ ਲੋ ਸਪਿਨ ਬਹੁਤ ਘੱਟ ਹੀ ਹੋਏਗੀ। ਆਮ ਤੌਰ ਤੇ ਹਾਈ ਸਪਿਨ ਦੇ ਕੰਪਲੈਕਸ ਹੀ ਬਣਨਗੇ। ਕਿਉਂ? ਕਿਉਂਕਿ ਇਲੈਕਟ੍ਰੋਨ ਉੱਪਰ ਹੀ ਚਲਾ ਜਾਏਗਾ, ਕਿਉਂਕਿ ਇਹ ਗੈਪ ਘੱਟ ਹੈ। ਤਾਂ ਟੈਟਰਾਹੈਡਰਲ ਕੰਪਲੈਕਸਿਸ ਹਮੇਸ਼ਾ ਹਾਈ ਸਪਿਨ ਕੰਪਲੈਕਸ ਹੀ ਬਣਾਉਂਦੇ ਆ, ਲੋ ਸਪਿਨ ਕੰਪਲੈਕਸ ਬਹੁਤ ਰੇਅਰ ਬਣਾਉਣਗੇ। ਠੀਕ ਹੈ। The orbital splitting energies are not sufficient large for forcing pairing of electrons, therefore low spin configurations are rarely observed. The G subscript is used for the octahedral and square planar complexes which have center of symmetry. ਇਸ ਕਰਕੇ ਇੱਥੇ use ਕੀਤਾ ਸੀ, but it is not used in tetrahedral complexes because of lack of symmetry. Clear? The splitting of d orbitals in square planar complexes is complicated and has not been mentioned in the present text. ਤੁਹਾਡੇ ਸਿਲੇਬਸ ਦੇ ਵਿੱਚ ਇਹ ਨਹੀਂ ਹੈ, ਕਿਉਂਕਿ ਆਪਾਂ ਪਹਿਲਾਂ ਹੀ ਕਿਹਾ ਕਿ ਬਹੁਤੀ ਡਿਟੇਲ ਸਾਨੂੰ ਇਹਨਾਂ ਥਿਊਰੀਜ਼ ਦੀ ਨਹੀਂ ਹੈ, ਥੋੜੀ ਬਹੁਤ ਹੈਗੀ ਹੈ। ਠੀਕ ਹੈ। ਨੈਕਸਟ ਹੈ ਜਿਹੜਾ ਬੇਟੇ ਟੌਪਿਕ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ।